ਬਹੁਤ ਜ਼ਿਆਦਾ ਉਦਾਸੀ ਹੋਵੇਗੀ, ਸਾਡੀ ਸ਼ਕਲ ਤੋਂ ਪਤਾ ਲੱਗ ਜਾਵੇਗੀ। ਸਾਨੂੰ ਵੇਖਣ ਵਾਲੇ ਉਸੇ ਵੇਲੇ ਕਹਿ ਦਿੰਦੇ ਨੇ ਵੀ ਕੀ ਗੱਲ ਹੋ ਗਈ। ਅਸੀਂ ਵੇਖਦੇ ਹੀ ਕਹਿ ਦਿੰਦੇ ਹੁੰਦੇ ਹਾਂ ਵੀ ਇਸ ਦਾ ਮੂੰਹ ਬੜਾ ਲਟਕਦਾ ਪਿਆ, ਕਹਿ ਦਿੰਦੇ ਵੀ ਅੱਜ ਬੜਾ ਤੈਨੂੰ ਚਾਅ ਚੜਿਆ ਪਿਆ। ਇਹ ਕੀ ਹੈ? ਜੋ ਕੁਝ ਸਾਡੇ ਅੰਦਰ ਵਾਪਰਦਾ ਪਿਆ ਹੈ ਉਹ ਸਾਰਾ ਹੀ ਸਾਡੇ ਮੂੰਹ ਦੇ ਉੱਤੇ ਨਜ਼ਰ ਆ ਜਾਂਦਾ ਹੈ। ਔਰ ਉਸ ਚੀਜ਼ ਨੂੰ ਗੁਰਬਾਣੀ ਨੇ ਬੜੀ ਅਹਿਮੀਅਤ ਦਿੱਤੀ ਹੈ। ਮੈਂ ਫਿਰ ਇਸ ਗੱਲ ਦੀ ਬੇਨਤੀ ਕਰ ਦੇਵਾਂ, ਜਿੰਨਾ ਮਰਜ਼ੀ ਬੰਦਾ ਕੋਸ਼ਿਸ਼ ਕਰ ਲਵੇ ਵੀ ਮੈਂ ਆਪਣੇ ਅੰਦਰ ਜੋ ਮੇਰੇ ਚੱਲਦਾ ਪਿਆ ਹੈ ਉਹਦੇ ਨਾਲੋਂ ਮੂੰਹ ਕੁਝ ਹੋਰ ਬਣਾ ਲਵਾਂ, ਨਜ਼ਰ ਕੁਝ ਹੋਰ ਆ ਜਾਵੇ, ਨਹੀਂ ਆ ਸਕਦਾ ਨਜ਼ਰ। ਕਿੰਨੇ ਕੁ ਚਿਰ ਲਈ ਬੰਦਾ ਕੰਟਰੋਲ ਕਰੇਗਾ? ਬੰਦਾ ਕਿੰਨੀ ਕੁ ਵਾਰ ਢੱਕ ਲਵੇਗਾ? ਜੇ ਉਮਰ ਵੱਡੀ ਹੈ ਤੇ ਉਹ ਵੀ ਨਜ਼ਰ ਪਤਾ ਲੱਗ ਜਾਵੇਗੀ, ਛੋਟੀ ਹੈ ਤੇ ਉਹ ਵੀ ਚਿਹਰੇ ਤੋਂ ਪਤਾ ਲੱਗ ਜਾਵੇਗਾ। ਬੰਦਾ ਦਿਲ ਤੋਂ ਕਿੰਨਾ ਕੁ ਖੁਸ਼ ਹੈ ਉਹ ਵੀ ਪਤਾ ਲੱਗ ਜਾਵੇਗਾ। ਇਹਦੇ ਦਿਲ 'ਚ ਕੀ ਵਾਪਰਦਾ ਪਿਆ ਹੈ ਇਹ ਸਾਰਾ ਕੁਝ ਹੀ ਪਤਾ ਲੱਗ ਜਾਂਦਾ ਹੈ। ਇੱਕ ਪੜ੍ਹਾਈ ਹੁੰਦੀ ਹੈ ਜਿਹਨੂੰ ਫੇਸ ਰੀਡਿੰਗ ਕਹਿੰਦੇ ਨੇ। ਚਲੋ ਸਾਡੀ ਤੇ ਏਡੀ ਪਕੜ ਨਹੀਂ ਹੁੰਦੀ ਵੀ ਅਸੀਂ ਕਿਸੇ ਦੇ ਮੂੰਹ ਵੇਖ ਕੇ, ਉਹਦੇ ਐਕਸਪ੍ਰੈਸ਼ਨ ਵੇਖ ਕੇ ਜ਼ਿਆਦਾ ਕੁਝ ਉਹਦੇ ਬਾਰੇ ਦੱਸ ਦਈਏ, ਪਰ ਜਿਹੜੇ ਫੇਸ ਰੀਡਰ ਹੁੰਦੇ ਨੇ ਉਹ ਤੇ ਵੇਖ ਕੇ ਕਹਿ ਦਿੰਦੇ ਨੇ ਵੀ ਇਹ ਬੰਦਾ ਝੂਠ ਬੋਲਦਾ ਪਿਆ ਕਿ ਸੱਚ ਬੋਲਦਾ ਪਿਆ। ਵੇਖਣ ਤੋਂ ਹੀ ਇੰਨੇ ਹਾਵ ਭਾਵ ਬਦਲਦੇ ਨੇ ਬੰਦੇ ਦੇ ਚਿਹਰੇ ਦੇ ਉੱਤੇ ਵੀ ਬਸ ਜਦੋਂ ਨਵੀਂ ਗੱਲ ਪਤਾ ਲੱਗੀ, ਬੰਦੇ ਦੀਆਂ ਜਿਹੜੀਆਂ ਮੂੰਹ ਦੀਆਂ ਕੁਝ ਨਸਾਂ ਨੇ, ਮਾਸਪੇਸ਼ੀਆਂ ਨੇ, ਉਹ ਇੱਦਾਂ ਖਿੱਚੀਆਂ ਜਾਂਦੀਆਂ ਨੇ, ਖੁਸ਼ੀ ਵਾਰੀ ਹੋਰ ਹੈ ਤੇ ਗਮੀ ਵਾਰੀ ਹੋਰ ਹੈ। ਇਹ ਮੈਂ ਇਸ ਕਰਕੇ ਬੇਨਤੀ ਕਰਦਾ ਪਿਆ ਹਾਂ ਕਿ ਜੋ ਕੁਝ ਸਾਡੇ ਅੰਦਰ ਚੱਲਦਾ ਪਿਆ ਹੈ ਇਹ ਸਾਡੇ ਅੰਦਰ ਸਾਡੇ ਮੂੰਹ ਤੋਂ ਪਤਾ ਲੱਗ ਜਾਵੇਗਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਜੋ ਸਾਡੇ ਜੀ ਦੇ ਵਿੱਚ ਹੈ ਨਾ ਉਹੀ ਉਗਦਾ ਹੈ, ਉਹੀ ਬਾਹਰ ਨਿਕਲਦਾ ਹੈ। ਜਿਹੜੀ ਲੈਂਗੁਏਜ ਅਸੀਂ ਅਜੇ ਕਦੀ ਸਿੱਖੀ ਹੀ ਨਹੀਂ ਉਹ ਅਸੀਂ ਬੋਲ ਕਿੱਥੇ ਲਵਾਂਗੇ? ਕਿੰਨੀਆਂ ਲੈਂਗੁਏਜ ਨੇ ਇਸ ਦੁਨੀਆ ਦੇ ਵਿੱਚ, ਪਰ ਜਿਹੜੀਆਂ ਅਸੀਂ ਸਿੱਖੀਆਂ ਨੇ ਅਸੀਂ ਉਹੀ ਬੋਲਦੇ ਹਾਂ। ਜਿਹੜੀ ਸਿੱਖੀ ਹੀ ਨਹੀਂ, ਸਾਡੇ ਅੰਦਰ ਹੀ ਨਹੀਂ ਗਈ, ਉਹ ਅਸੀਂ ਬੋਲ ਕਿੱਦਾਂ ਲਵਾਂਗੇ? ਬਸ ਇੰਨੀ ਕੁ ਖੇਡ ਹੈ। ਅਸੀਂ ਨਕਲੀ ਮੂੰਹ ਬਣਾ ਲਈਏ ਵੀ ਮੈਨੂੰ ਬੜਾ ਹਾਸਾ ਆ ਰਿਹਾ ਹੈ, ਨਕਲੀ ਖੁਸ਼ੀ ਬਣਾ ਲਈਏ ਸਾਡੇ ਚਿਹਰੇ ਦੇ ਉੱਤੇ ਵੀ ਮੈਂ ਬੜਾ ਖੁਸ਼ ਹਾਂ, ਪਰ ਅਸਲ ਦੇ ਵਿੱਚ ਜੇ ਅੰਦਰੋਂ ਖੁਸ਼ੀ ਨਹੀਂ ਨਾ ਆ ਰਹੀ ਮੈਨੂੰ, ਤੇ ਇਹ ਸਿਰਫ ਟੈਂਪਰੇਰੀ ਹੋਵੇਗੀ। ਇਹ 2-4 ਮਿੰਟ ਦੀ ਖੇਡ ਹੋਵੇਗੀ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਔਰ ਪਿੱਛੇ ਜੇ ਇੱਕ ਬੰਦੇ ਨੇ ਨਾ ਇਹ ਰਿਪੋਰਟ ਲਿਖੀ ਸੀ, ਮੈਂ ਬੇਨਤੀ ਕਰ ਦੇਵਾਂ, ਬੜੀਆਂ ਜੌਬ ਇੱਦਾਂ ਦੀਆਂ ਨੇ ਜਿਹਦੇ ਵਿੱਚ ਜਿਹੜੇ ਡੀਲ ਕਰਦੇ ਨੇ ਨਾ ਉਹਨਾਂ ਨੂੰ ਇੱਦਾਂ ਕਹਿ ਲਓ ਵੀ ਝੂਠੇ ਤੌਰ ਦੇ ਉੱਤੇ, ਸੱਚੇ ਤੌਰ ਦੇ ਉੱਤੇ ਜਿਹੜੇ ਆਪਣੇ ਕਸਟਮਰ ਨੇ ਉਹਨਾਂ ਦੇ ਨਾਲ ਹੱਸ ਕੇ ਹੀ ਗੱਲ ਕਰਨੀ ਪੈਂਦੀ ਹੈ। ਬੜੀਆਂ ਨੌਕਰੀਆਂ ਨੇ ਇੱਦਾਂ ਦੀਆਂ। ਚਾਹੇ ਤੁਸੀਂ ਉਹ ਕਾਲ ਸੈਂਟਰ ਵਾਲਿਆਂ ਦੀ ਨੌਕਰੀ ਵੇਖ ਲਓ, ਬੜੀ ਔਖੀ ਨੌਕਰੀ ਹੈ, ਸਾਰਾ ਦਿਨ ਕਿਸੇ ਦੇ ਨਾਲ ਹੱਸ ਕੇ ਗੱਲ ਕਰਨੀ। ਖਾਸ ਕਰਕੇ ਜਿਹੜੇ ਹੋਟਲ ਦੇ ਵਿੱਚ ਲੱਗੇ ਹੁੰਦੇ ਨੇ ਉਹਨਾਂ ਨੂੰ ਵੇਖੋ, ਗਾਹਕ ਕਿਸੇ ਵੀ ਤਰੀਕੇ ਦਾ ਆ ਜਾਵੇ, ਉਹਨਾਂ ਦੀ ਮਜਬੂਰੀ ਆ ਵੀ ਉਹਨਾਂ ਨੇ ਹੱਸ ਕੇ ਹੀ ਡੀਲ ਕਰਨਾ ਹੈ। ਜੇ ਨਹੀਂ ਕਰਨਗੇ ਤੇ ਨੌਕਰੀ ਤੋਂ ਹੱਥ ਧੋਣੇ ਪੈ ਜਾਣਗੇ। ਉਹ ਪਿੱਛੇ ਜੇ ਹਿੰਦੁਸਤਾਨ ਦੇ ਵਿੱਚ ਇੱਕ ਪ੍ਰਾਈਵੇਟ ਟ੍ਰੇਨ ਚੱਲੀ ਸੀ ਨਾ, ਤੇ ਉਹਦੇ ਵਿੱਚ ਨਾ ਉਹ ਜਿਹੜੀਆਂ ਵੇਟਰਸ ਲੱਗੀਆਂ ਸੀ, ਨਾਮ ਜਿੱਦਾਂ ਮਰਜ਼ੀ ਬਦਲ ਦਿਓ, ਨਾਮ ਬਦਲਣ ਦੇ ਨਾਲ ਕੰਮ ਥੋੜ੍ਹਾ ਬਦਲ ਜਾਂਦਾ। ਹੁਣ ਉਹਦੇ ਵਿੱਚ ਕੀ ਹੁੰਦਾ ਵੀ ਉਹ ਬੜੇ ਤਰੀਕੇ ਨਾਲ ਤਿਆਰ ਕੀਤੀਆਂ ਨੇ, ਸਪੈਸ਼ਲ ਤਿਆਰੀ ਹੈ ਉਹਨਾਂ ਦੀ, ਯੂਨੀਫਾਰਮ ਬੜੇ ਕਮਾਲ ਦੀ ਆ ਵੀ ਜੋ ਤੁਸੀਂ ਆਰਡਰ ਕਰੋਗੇ ਤੇ ਉਸ ਆਰਡਰ ਨੂੰ ਜਦੋਂ ਉਹਨਾਂ ਨੇ ਲਿਖਣ ਆਉਣਾ ਹੈ ਜਾਂ ਆਰਡਰ ਨੂੰ ਜਦੋਂ ਉਹਨਾਂ ਨੇ ਦੇਣ ਆਉਣਾ ਹੈ ਵੀ ਆਹ ਚੀਜ਼ ਤੁਸੀਂ ਮੰਗੀ ਹੈ, ਫਿਰ ਵੇਖੋ ਕਿੰਨਾ ਮਤਲਬ ਨਾ ਹੱਸ ਹੱਸ ਕੇ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਨੇ। ਉਹ ਕਿਸੇ ਨੇ ਫੋਟੋ ਸ਼ੇਅਰ ਕੀਤੀ ਸੀ, ਮਾਫ ਕਰਿਓ, ਉਹ ਕਹਿੰਦਾ ਵੀ ਇਹਨਾਂ 'ਚੋਂ ਅੱਧੀਆਂ ਉਹ ਨੇ, ਇੱਥੇ ਵੇਖੋ ਕਿੰਨੀਆਂ ਹੱਸ ਹੱਸ ਕੇ ਚਾਹ ਦੇ ਕੱਪ ਫੜਾਉਂਦੀਆਂ ਨੇ, ਤੇ ਜੇ ਕਿਤੇ ਇਹਨਾਂ ਦੇ ਵਿੱਚੋਂ ਘਰ ਦੇ ਵਿੱਚੋਂ ਕੋਈ ਕੱਪ ਮੰਗ ਲਵੇ ਨਾ ਤੇ ਅੱਧੀਆਂ ਭਾਵੇਂ ਕੱਪ ਤੋੜ ਦੇਣ। ਔਰ ਗੱਲ ਵੀ ਸੱਚੀ ਹੈ। ਇਹ ਸਿਰਫ ਬੀਬੀਆਂ ਦੀ ਗੱਲ ਨਹੀਂ ਹੈ, ਇੰਨੇ ਫਰਸਟ੍ਰੇਟ ਬੰਦੇ ਹੋ ਕੇ ਆਉਂਦੇ ਨੇ ਜਿਹੜੇ ਉੱਥੇ ਹੱਸ ਹੱਸ ਕੇ ਤੇ ਸਰ ਕਹਿ ਕੇ ਗੱਲ ਕਰਦੇ ਨੇ, ਆਉਂਦਿਆਂ ਗੁੱਸਾ ਸਾਰਾ ਘਰਦਿਆਂ ਦੇ ਉੱਤੇ ਕੱਢ ਦਿੰਦੇ ਨੇ। ਇਹ ਕਿਉਂ ਗੱਲ ਹੋ ਗਈ? ਕਿਉਂਕਿ ਮੂੰਹ ਤੇ ਕੁਝ ਹੋਰ ਕਹਿਣਾ ਪੈਂਦਾ ਹੈ, ਅੰਦਰ ਕੁਝ ਹੋਰ ਚੱਲਦਾ ਪਿਆ ਹੈ। ਕਿੰਨੀ ਕੁ ਨਕਲ ਕਰ ਲਵੇਗਾ ਬੰਦਾ? 8 ਘੰਟੇ ਥੋੜ੍ਹਾ ਹੁੰਦੇ ਨੇ ਐਕਟਿੰਗ ਕਰਨ ਦੇ ਲਈ ਵੀ ਮੈਂ ਹੱਸ ਕੇ ਹੀ ਸਾਰਿਆਂ ਦੇ ਨਾਲ ਗੱਲ ਕਰਨੀ ਆ, ਉੱਤੋਂ ਭਾਵੇਂ ਹਾਸਾ ਆਵੇ ਹੀ ਨਾ ਅੰਦਰੋਂ। ਤੇ ਵਿਆਹਾਂ ਦੇ ਉੱਤੇ ਨਕਲੀ ਹਾਸੇ, ਸਮਾਜ ਦੇ ਵਿੱਚ ਨਕਲੀ ਹਾਸੇ, ਕਿੰਨੇ ਲੋਕ ਹੱਸਦੇ ਪਏ ਨੇ। ਜਿੱਥੇ ਨਹੀਂ ਹੱਸਣਾ ਉੱਥੇ ਹੱਸ ਪੈਣਾ, ਜਿੱਥੇ ਹੱਸਣ ਦੀ ਲੋੜ ਹੈ ਉੱਥੇ ਨਕਲੀ ਦੇ ਮੂੰਹ ਬਣਾ ਕੇ ਬੈਠੇ ਰਹਿਣਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਭਾਈ
ਗੁਰਸਿੱਖ ਦਾ ਇਦਾਂ ਦਾ ਹਿਸਾਬ ਨਹੀਂ ਹੈ। ਉਹਦੇ ਅੰਦਰ ਹੀ ਖੁਸ਼ੀ ਹੈ। ਜਿੱਦਾਂ ਫੁੱਲ ਖਿੜਿਆ ਹੈ ਨਾ, ਤੇ ਬਸ ਅੰਦਰ ਤੋਂ ਹੀ ਖਿੜਿਆ ਹੋਇਆ ਹੈ ਫੁੱਲ। ਫੁੱਲ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਖਿੜ ਗਿਆ ਹਾਂ ਤੇ ਆ ਕੇ ਮੇਰੇ ਵੱਲ ਵੇਖੋ। ਜਦੋਂ ਉਹ ਖਿੜਿਆ ਹੈ ਤੇ ਫਿਰ ਉਹ ਖਿੜਿਆ ਹੀ ਹੈ। ਇਹ ਜਿਹੜੀ ਅੰਦਰ ਹੈ ਨਾ ਸਾਡੀ, ਇੱਕ ਜਿਹਨੂੰ ਹੈਪੀਨੈਸ ਕਹਿ ਲਓ, ਖੁਸ਼ੀ ਕਹਿ ਲਓ, ਅੰਦਰ ਲਗਾਤਾਰ ਪ੍ਰਸੰਨਤਾ ਹੋਣੀ ਚਾਹੀਦੀ ਹੈ। ਲਗਾਤਾਰ ਪ੍ਰਸੰਨਤਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰਸਿੱਖ ਮਨ ਪਰਗਾਸ ਹੈ, ਪਿਰਮ ਪਿਆਲਾ ਅਜਰ ਜਰਨ ਦੇ। ਚਲੋ ਇਹਨੂੰ ਇਦਾਂ ਸਮਝਿਆ ਜਾ ਸਕਦਾ ਹੈ, ਵੈਸੇ ਜੇ ਅੰਦਰ ਤੋਂ ਖੁਸ਼ ਹੋਵਾਂਗੇ ਨਾ ਤੇ ਬਿਮਾਰੀ ਕੰਟਰੋਲ ਹੋ ਜਾਂਦੀ ਹੈ ਬਹੁਤੀ ਵਾਰ। ਪਰ ਜੇ ਇਕੱਲਾ ਮੂੰਹ ਹੀ ਹੱਸਦਾ ਪਿਆ ਹੈ ਤੇ ਅੰਦਰ ਨਹੀਂ ਹੱਸਦਾ ਪਿਆ, ਫਿਰ ਬਿਮਾਰੀਆਂ ਆ ਕੇ ਫੜ ਲੈਂਦੀਆਂ ਨੇ, ਕਿਉਂਕਿ ਅੰਦਰ ਟੈਨਸ਼ਨ ਚੱਲਦੀ ਪਈ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਹੀ ਇੱਕ ਬੋਲ ਅੱਜ ਅਸੀਂ ਵਿਚਾਰਦੇ ਪਏ ਸੀ ਸਵੇਰੇ। ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ। ਕਹਿੰਦੇ ਵੀ ਅਦਰ ਉਹ ਬਸ ਬੰਦੇ ਦੀਆਂ ਅੱਖਾਂ ਵੇਖੋ ਨਾ, ਤੇ ਅੱਖਾਂ ਵੱਲ ਵੇਖ ਕੇ ਲੱਗਦਾ ਵੀ ਇਹ ਤੇ ਖੁਸ਼ੀ ਬੜਾ ਹੈ, ਇਹ ਤੇ ਸੌਖਾ ਹੀ ਬੜਾ। ਤੇ ਕਹਿੰਦੇ ਉਹਦਾ ਅੰਦਰ ਫੋਲ ਕੇ ਵੇਖੋ ਤੇ ਅੰਦਰ ਚਿੰਤਾ ਦੇ ਨਾਲ ਭਰਿਆ ਹੋਇਆ ਹੈ। ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ। ਭੁੱਖ ਨਹੀਂ ਉਤਰਦੀ ਪਈ। ਹੁਣ ਅਸੀਂ ਜਦੋਂ ਇਸ ਚੀਜ਼ ਨੂੰ ਸੋਚਦੇ ਹਾਂ ਵੀ ਆਪਣੇ ਅੰਦਰ ਦਾ ਜਿਹੜਾ ਸਾਡਾ ਹਿਸਾਬ ਕਿਤਾਬ ਹੈ, ਇਹ ਕਿੱਦਾਂ ਦਾ ਹੈ, ਦੁਖੀ ਹੋਇਆ ਪਿਆ ਹੈ। ਵੀ ਜੇ ਅਸੀਂ ਦੁਖੀ ਹਾਂ ਤੇ ਜਿੰਨਾ ਮਰਜ਼ੀ ਅਸੀਂ ਪ੍ਰਟੈਂਡ ਕਰ ਲਈਏ ਵੀ ਨਹੀਂ ਮੈਂ ਤੇ ਬੜਾ ਖੁਸ਼ ਹਾਂ, ਅਸੀਂ ਨਹੀਂ ਖੁਸ਼ ਹੋ ਸਕਦੇ। ਤੇ ਇਸ ਗੱਲ ਨੂੰ, ਇਹ ਪ੍ਰਸੰਨਤਾ ਹੁੰਦੀ ਕਿਵੇਂ ਦੀ ਹੈ, ਇਹ ਸਦਾ ਰਹਿਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਤੇ ਇਸ ਕਰਕੇ ਕਿਉਂਕਿ ਬੱਚਿਆਂ ਦੇ ਚਿਹਰੇ ਨਾ ਹੱਸਦੇ ਰਹਿੰਦੇ ਨੇ, ਇਸ ਕਰਕੇ ਬੱਚੇ ਇਸ ਚੀਜ਼ ਨੂੰ ਜਲਦੀ ਸਮਝ ਲੈਂਦੇ ਨੇ। ਚਲੋ ਅਸੀਂ ਸਮਝ ਲਈਏ। ਸਾਨੂੰ ਕੋਈ ਗੱਲ ਇਦਾਂ ਦੀ ਪਤਾ ਲੱਗ ਗਈ ਹੈ ਵੀ ਜਿਹੜੀ ਅਸੀਂ ਕਿਸੇ ਨਾਲ ਕਰਨੀ ਨਹੀਂ ਹੈ, ਪਰ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਮਤਲਬ ਸਾਡੇ ਅੰਦਰੋਂ ਹੀ ਹਾਸਾ ਨਿਕਲੀ ਜਾ ਰਿਹਾ ਵੀ ਬੜਾ ਕੰਟਰੋਲ ਕਰਕੇ ਬੈਠੇ ਹਾਂ। ਉਹ ਗੱਲ ਆਪਾਂ ਕਰਨੀ ਨਹੀਂ, ਕਿਸੇ ਦੇ ਨਾਲ ਕਰ ਨਹੀਂ ਸਕਦੇ, ਪਰ ਅਸੀਂ ਕੀ ਕਰਾਂਗੇ, ਜਦੋਂ ਬੈਠੇ ਹਾਂ ਨਾ ਤੇ ਸਾਡੇ ਅੰਦਰੋਂ ਹੀ ਇੱਕ ਖੁਸ਼ੀ ਨਿਕਲਦੀ ਆ ਰਹੀ ਹੈ, ਅੰਦਰੋਂ ਹੀ ਇੱਕ ਹਾਸਾ ਨਿਕਲਦਾ ਆ ਰਿਹਾ। ਇਹ ਸਾਰਿਆਂ ਦੇ ਨਾਲ ਹੀ ਵਾਪਰਿਆ ਹੋਵੇਗਾ ਜ਼ਿੰਦਗੀ ਦੇ ਵਿੱਚ। ਉਹ ਕਿੱਥੋਂ ਖੁਸ਼ੀ ਆ ਰਹੀ? ਮੂੰਹ ਦੇ ਉੱਤੇ ਤਾਂ ਕੰਟਰੋਲ ਕੀਤਾ ਹੋਇਆ ਹੈ ਨਾ ਵੀ ਬੋਲਣਾ ਨਹੀਂ ਹੈ, ਪਰ ਅੰਦਰ ਕਹਿ ਰਿਹਾ ਹੈ ਵੀ ਕੋਈ ਨਹੀਂ, ਤੂੰ ਦੱਸ ਇਸ ਗੱਲ ਨੂੰ। ਅੰਦਰ ਇੰਨਾ ਪ੍ਰਸੰਨ ਹੈ ਵੀ ਉਹ ਪ੍ਰਸੰਨਤਾ ਮੂੰਹ ਦੇ ਉੱਤੇ ਆ ਰਹੀ ਹੈ। ਇਹ ਸਾਡਾ ਜੀਵਨ ਹੋਣਾ ਚਾਹੀਦਾ ਹੈ। ਬਾਹਰੋਂ ਅਸੀਂ ਜਿੰਨੇ ਮਰਜ਼ੀ, ਮੈਨੂੰ ਮਾਫ ਕਰਿਓ, ਤੁਸੀਂ ਸਤਿਕਾਰਯੋਗ ਜੇ, ਜੋ ਕੁਝ ਮਰਜ਼ੀ ਮੂੰਹ ਦੇ ਉੱਤੇ ਲਾਈ ਜਾਈਏ, ਜਿੰਨੀਆਂ ਮਰਜ਼ੀ ਉਮਰਾਂ ਲੁਕਾਈ ਜਾਈਏ, ਜਿੰਨੇ ਮਰਜ਼ੀ ਸੋਹਣਾ ਕੁਝ ਕਰੀ ਜਾਈਏ, ਅੰਦਰ ਦੀ ਚਿੰਤਾ ਜਦੋਂ ਚਿਹਰੇ ਦੇ ਉੱਤੇ ਆਉਂਦੀ ਹੈ ਨਾ, ਤੇ ਚਿਹਰੇ ਜਿਹੜੇ ਨੇ ਨਾ ਬੁਰੇ ਲੱਗਣ ਲੱਗ ਪੈਂਦੇ ਨੇ। ਤੇ ਮੈਂ ਅਕਸਰ ਕਹਿੰਦਾ ਹੁੰਦਾ, ਸਾਡੀਆਂ ਚਿੰਤਾਵਾਂ, ਸਾਡੀਆਂ ਹਾਰਾਂ ਸਾਡੇ ਮੂੰਹਾਂ ਦੇ ਉੱਤੇ ਲਟਕੀਆਂ ਪਈਆਂ ਨੇ। ਸਾਡੇ ਮੂੰਹ ਵਾਲੀ ਵੇਖ ਕੇ ਕਹਿ ਦਿੰਦੇ ਨੇ ਲੋਕ ਵੀ ਕੀ ਹਿਸਾਬ ਕਿਤਾਬ ਹੈ ਤੇਰਾ। ਬੱਚੇ ਤਾਂ ਨਹੀਂ ਸਾਡੇ ਜਿੰਨਾ ਤਿਆਰ ਹੁੰਦੇ। ਜਿਹੜੇ ਬੱਚੇ ਨੇ, ਵੇਖੋ ਤੁਸੀਂ ਛੋਟੀਆਂ ਕਲਾਸਾਂ ਵਾਲੇ ਜਾਂ ਛੋਟੇ ਬੱਚੇ ਨੇ, ਕਿਸੇ ਵੀ 5 ਸਾਲ ਤੋਂ ਲਗਭਗ ਛੋਟੇ ਬੱਚੇ ਲਾ ਲਓ, ਸਾਡੇ ਜਿੰਨਾ ਕਿੱਥੇ ਤਿਆਰ ਹੁੰਦੇ ਨੇ ਬੱਚੇ, ਫਿਰ ਵੀ ਸੋਹਣੇ ਲੱਗਦੇ ਨੇ। ਤੇ ਸਾਡੇ ਵਰਗਿਆਂ ਨੇ ਕਰੀਮਾਂ ਮੁਕਾਤੀਆਂ ਨੇ, ਸੋਹਣੇ ਫੇਰ ਨਹੀਂ ਲੱਗਦੇ। ਕੀ ਕਾਰਨ ਹੈ? ਕਿਉਂਕਿ ਭਾਈ ਅੰਦਰ ਦਾ ਤੇ ਕੁਝ ਸਾਹਮਣੇ ਦਿਸਦਾ ਪਿਆ ਨਾ, ਜੋ ਅੰਦਰ ਹੈ ਉਹੀ ਤੇ ਲੱਗਦਾ ਪਿਆ ਹੈ। ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਵੇ। ਜੇ ਅੰਦਰ ਪ੍ਰਸੰਨਤਾ ਹੈ ਤੇ ਬਾਹਰ ਵੀ ਪ੍ਰਸੰਨਤਾ ਚਿਹਰੇ ਦੇ ਉੱਤੇ ਵੀ ਆ ਜਾਵੇਗੀ, ਤੇ ਜੇ ਅੰਦਰ ਹੀ ਖਪਿਆ ਪਿਆ ਹੈ ਤੇ ਬਾਹਰ ਫਿਰ ਲਾ ਲਓ ਜ਼ੋਰ, ਕੁਝ ਨਹੀਂ ਜੇ ਬਣਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਨੇ ਨਾ, ਉਹਨਾਂ ਦੇ ਮਨ ਦੇ ਅੰਦਰ ਸਦਾ ਹੀ ਪ੍ਰਸੰਨਤਾ ਹੈ। ਉਹਨਾਂ ਦੇ ਮਨ ਦੇ ਅੰਦਰ ਸਦਾ ਹੀ ਜਿਹੜਾ ਨਾ ਪ੍ਰਕਾਸ਼ ਹੈ, ਖੇੜਾ ਹੈ। ਇਹ ਨਹੀਂ ਵੀ ਕਦੀ ਦੁੱਖ ਦੀ ਘਟਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਨਹੀਂ, ਪਰ ਉਹਨਾਂ ਦੀ ਦੁੱਖ ਦੀ ਘਟਨਾ ਇਦਾਂ ਦੀ ਹੈ, ਜਿੱਦਾਂ ਤੁਸੀਂ ਵੇਖੋਗੇ ਬੱਚਾ ਤੁਰਿਆ ਜਾ ਰਿਹਾ ਸੀ, ਡਿੱਗ ਪਿਆ, ਕਿੱਡੇ ਜ਼ੋਰ ਦੀ ਰੋਇਆ ਵੀ ਮੈਂ ਡਿੱਗ ਪਿਆ ਹਾਂ। ਬਸ ਇੱਕ ਅੱਧੇ ਮਿੰਟ ਦਾ ਰੋਣ ਹੈ, ਬਾਅਦ ਦੇ ਵਿੱਚ ਬੱਚੇ ਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਡਿੱਗਾ ਸੀ ਕਿ ਨਹੀਂ। ਤੇ ਸਾਡਾ ਕੀ ਹੋ ਜਾਂਦਾ, ਡਿੱਗੇ ਅਸੀਂ 2 ਸਾਲ ਪਹਿਲਾਂ ਹੁੰਦੇ ਹਾਂ, ਚੇਤਾ ਸਾਡੇ ਅਜੇ ਵੀ ਦਿਮਾਗ ਦੇ ਵਿੱਚ ਹੁੰਦਾ। ਬਸ ਆਹ ਸਾਡੀ ਪ੍ਰੋਬਲਮ ਹੈ, ਅਸੀਂ ਚਿਹਰੇ ਦੇ ਉੱਤੇ ਲਈ ਫਿਰਦੇ ਹਾਂ ਸਾਰਾ ਕੁਝ। ਗੁਰਸਿੱਖ ਮਨ ਪਰਗਾਸ ਹੈ, ਗੁਰਸਿੱਖ ਦੇ ਮਨ ਦੇ ਵਿੱਚ ਚਾਨਣ ਹੈ, ਖੁਸ਼ੀ ਹੈ, ਤੇ ਪਰ ਇੱਕ ਪ੍ਰਕਾਸ਼ ਉਹਦੇ ਅੰਦਰ ਹੋਰ ਹੈ ਜਿਹਦੇ ਕਰਕੇ ਇਹ ਖੁਸ਼ੀ ਬਣਦੀ ਹੈ। ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਪਿਰਮ ਪਿਆਲਾ ਅਜਰ ਜਰਨ ਦੇ। ਅਜਰ ਦਾ ਮਤਲਬ ਹੁੰਦਾ ਹੈ ਜਿਹਨੂੰ ਜਰਿਆ ਨਹੀਂ ਜਾ ਸਕਦਾ, ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਾਫ ਕਰਿਓ, ਕਈਆਂ ਬੰਦਿਆਂ ਦਾ ਹਾਜ਼ਮਾ ਗੱਲਾਂ ਵਾਲੇ ਪਾਸੇ ਤੋਂ ਬੜਾ ਕਮਜ਼ੋਰ ਹੁੰਦਾ ਤੇ ਕਈਆਂ ਦਾ ਬੜਾ ਸਟਰੋਂਗ ਹੁੰਦਾ। ਕਈਆਂ ਦੇ ਕੋਲ ਇੱਕ ਗੱਲ ਆਵੇ
ਤੇ ਉਹਨੂੰ ਕਹਿ ਦੋ ਨਾ ਵੀ ਤੂੰ ਕਿਸੇ ਦੇ ਕੋਲੋਂ ਕਰਨੀ ਨਹੀਂ ਹੈ ਗੱਲ, ਉਹਨਾਂ ਕੋਲੋਂ ਨਹੀਂ ਜੇ ਕੰਟਰੋਲ ਹੁੰਦਾ। ਤੇ ਕਈ ਇਦਾਂ ਦੇ ਹੁੰਦੇ ਨੇ, ਉਹਨਾਂ ਨੇ ਕਈਆਂ ਦੀਆਂ ਗੱਲਾਂ ਆਪਣੇ ਅੰਦਰ ਪਾ ਕੇ ਰੱਖੀਆਂ ਹੁੰਦੀਆਂ ਨੇ ਵੀ ਪੈ ਗਈਆਂ ਨੇ ਤੇ ਸਮਝ ਲਓ ਵੀ ਟੋਏ ਦੇ ਵਿੱਚ ਡਿੱਗ ਪਈਆਂ ਨੇ, ਗੱਲਾਂ ਬਾਹਰ ਨਹੀਂ ਆਉਣਗੀਆਂ। ਕਿਸੇ ਨੇ ਯਕੀਨ ਕਰਕੇ ਸਾਨੂੰ ਗੱਲ ਦੱਸੀ ਹੈ ਨਾ ਵੀ ਭਾਈ ਆਹ ਗੱਲ ਅਗਾਂਹ ਨਾ ਕਰੀ, ਤੇ ਸਾਡੇ ਸਾਰੇ ਪਤਾ ਕੀ ਕਹਿੰਦੇ ਨੇ, ਮੈਂ ਤੈਨੂੰ ਦੱਸਣ ਲੱਗਾ ਤੂੰ ਨਾ ਗਾਂਹ ਦੱਸੀ, ਮੈਂ ਤੈਨੂੰ ਦੱਸਣ ਲੱਗਾ ਤੂੰ ਨਾ ਗਾਂਹ ਦੱਸੀ। ਪਤਾ ਸਾਰਿਆਂ ਨੂੰ ਹੁੰਦਾ ਤੇ ਬਾਅਦ ਚ ਕਹਿੰਦੇ ਸ਼ਾਇਦ ਇਹਨੂੰ ਨਹੀਂ ਪਤਾ। ਅਜਰ ਜਰਨ ਦਾ ਮਤਲਬ ਕੀ ਹੈ? ਕਿਸੇ ਨੇ ਗੱਲ ਦੱਸੀ, ਹੁਣ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਜਦੋਂ ਤੱਕ ਮੈਂ ਕਿਸੇ ਨੂੰ ਦੱਸਾਂਗਾ ਨਹੀਂ। ਅਜਰ ਜਰਨ ਦਾ ਮਤਲਬ ਹੀ ਇਹ ਹੁੰਦਾ ਹੈ, ਜੋ ਕੁਝ ਰੱਬ ਨੇ ਤੁਹਾਡੇ ਅੰਦਰ ਪਾ ਦਿੱਤਾ ਹੈ ਨਾ, ਕੋਈ ਵੀ ਰੱਬੀ ਬੰਦਗੀ ਦੀ ਕੋਈ ਗੱਲ ਆ ਗਈ ਹੈ, ਚੜ੍ਹਦੀ ਕਲਾ ਵਾਲੀ ਗੱਲ ਆ ਗਈ ਹੈ, ਤੁਹਾਡੇ ਅੰਦਰ ਕਿਸੇ ਨੇ ਕੋਈ ਆ ਕੇ ਤੁਹਾਡੇ ਨਾਲ ਗੱਲ ਕਰ ਦਿੱਤੀ ਹੈ ਵੀ ਭਾਈ ਮੇਰੀ ਆਹ ਗੱਲ ਹੈ, ਕਿਸੇ ਹੋਰ ਦੀ ਨਹੀਂ ਹੈ, ਇਹਨੂੰ ਗਾਂਹ ਨਾ ਕਰੀ, ਇਹਦਾ ਨੁਕਸਾਨ ਹੋਵੇਗਾ ਸਾਨੂੰ, ਤੇ ਉਸ ਗੱਲ ਨੂੰ ਬਰਦਾਸ਼ਤ ਕਰਨ ਦੀ ਤਾਕਤ ਹੋਵੇ। ਪਿਰਮ ਪਿਆਲਾ, ਵੈਸੇ ਤੇ ਪਿਆਰ ਦੇ ਪਿਆਲੇ ਨੂੰ ਅਜਰ ਜਰਦੇ ਨੇ, ਮਤਲਬ ਰੱਬੀ ਬੰਦਗੀ ਦੀ ਜਿਹੜੀ ਖੇਡ ਹੈ ਨਾ ਉਹਨੂੰ ਜਰਦੇ ਨੇ। ਬਹੁਤਿਆਂ ਦੇ ਕੋਲੋਂ ਜਰਿਆ ਨਹੀਂ ਜਾਂਦਾ। ਤੁਸੀਂ ਵੇਖੋ ਥੋੜੀ ਜੀ ਭਗਤੀ ਕੀਤੀ ਤੇ ਲੱਗ ਪਏ ਲੋਕਾਂ ਨੂੰ ਮਤਾਂ ਦੇਣ। ਕਿੰਨੇ ਬਾਬੇ ਬਣੇ ਨੇ, ਮਰਦ ਬਖਸ਼ ਲਵੇ। ਇਹ ਨਾ ਜਦੋਂ ਅਸੀਂ ਬੰਦਗੀ ਕਰਦੇ ਹਾਂ ਤੇ ਬੰਦਗੀ ਕਰਦਿਆਂ ਕੁਝ ਥੋੜਾ ਬਹੁਤਾ ਸਾਨੂੰ ਮਿਲਣ ਲੱਗ ਪੈਂਦਾ ਤੇ ਬਸ ਫਿਰ ਕੋਈ ਤੁਰ ਪਿਆ ਲੋਕਾਂ ਨੂੰ ਪੁੱਛਣਾ ਦੇਣ ਦੇ ਲਈ, ਕੋਈ ਤੁਰ ਪਿਆ ਲੋਕਾਂ ਨੂੰ ਵੀ ਤੁਹਾਨੂੰ ਅਸੀਂ ਮਤਾਂ ਦਿੰਦੇ ਹਾਂ, ਕੋਈ ਕਿਸੇ ਪਾਸੇ ਤੁਰ ਪਿਆ, ਜਰਿਆ ਨਹੀਂ ਗਿਆ ਉਸ ਚੀਜ਼ ਨੂੰ। ਜਰਨ ਦਾ ਮਤਲਬ ਹੀ ਹੈ ਵੀ ਜੋ ਕੁਝ ਤੁਹਾਡੇ ਅੰਦਰ ਹੈ ਨਾ ਇਹਨੂੰ ਭਾਈ ਬਰਦਾਸ਼ਤ ਤੇ ਕਰਕੇ ਰੱਖੋ। ਗੱਲ ਦੀ ਉਦਾਹਰਣ ਤੇ ਅਸੀਂ ਇਸ ਕਰਕੇ ਲੈ ਲਈ ਹੈ ਕਿ ਜਿੱਦਾਂ ਬਾਹਰ ਦੀਆਂ ਗੱਲਾਂ ਮੈਂ ਬਰਦਾਸ਼ਤ ਕਰਨੀਆਂ ਹੁੰਦੀਆਂ ਨੇ ਨਾ, ਇਦਾਂ ਇਹਨਾਂ ਚੀਜ਼ਾਂ ਨੂੰ ਵੀ ਅੰਦਰ ਬਰਦਾਸ਼ਤ ਕਰਦੇ ਨੇ ਗੁਰਸਿੱਖ। ਗੁਰਸਿੱਖ ਮਨ ਪ੍ਰਗਾਸ ਹੈ, ਇੱਕ ਤੇ ਹਰ ਵੇਲੇ ਪ੍ਰਸੰਨਤਾ ਹੈ ਉਹਦੇ ਚਿਹਰੇ ਦੇ ਉੱਤੇ, ਤੇ ਦੂਜਾ ਕੀ ਹੈ? ਪਿਰਮ ਪਿਆਲਾ, ਰੱਬ ਦੇ ਨਾਮ ਦਾ ਜਿਹੜਾ ਪਿਆਲਾ ਹੈ, ਜਿਹੜਾ ਅਜਰ ਹੈ, ਜਿਹਨੂੰ ਜਰਨਾ ਔਖਾ ਹੈ, ਜਰੰਦੇ ਉਹਨੂੰ ਜਰ ਲੈਂਦੇ ਨੇ। ਬਾਬਾ ਫਰੀਦ ਕਹਿੰਦੇ ਨੇ, ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਨ, ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੈ ਦੇਨ। ਬਾਬਾ ਫਰੀਦ ਕਹਿੰਦੇ ਨੇ ਭਾਈ ਜਿਹੜੇ ਸਬਰ ਕਰਨ ਵਾਲੇ ਨੇ ਨਾ, ਵੈਸੇ ਸਾਬਰੀ ਫਿਰਕੇ ਦੇ ਨਾਲ ਵੀ ਗੱਲ ਜੋੜੀ ਜਾਂਦੀ ਹੈ। ਉਹ ਕਹਿੰਦੇ ਸਬਰ ਕਰਨ ਵਾਲੇ ਨੇ ਨਾ, ਉਹਨਾਂ ਦਾ ਤਨ ਇਦਾਂ ਦਾ ਹੁੰਦਾ ਹੈ ਸਬਰ ਦੇ ਵਿੱਚ, ਹੋਣ ਨਜ਼ੀਕ ਖੁਦਾਏ ਦੇ, ਰੱਬ ਦੇ ਬਿਲਕੁਲ ਨੇੜੇ ਹੁੰਦੇ ਨੇ, ਭੇਦ ਨਾ ਕਿਸੈ ਦੇਣ, ਕਿਸੇ ਨੂੰ ਭੇਦ ਵੀ ਨਹੀਂ ਦਿੰਦੇ ਵੀ ਅਸੀਂ ਰੱਬ ਦੇ ਕਿੰਨਾ ਨੇੜੇ ਹਾਂ, ਕਿਸੇ ਨੂੰ ਦੱਸਦੇ ਹੀ ਨਹੀਂ ਵੀ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਮਾਲਕ ਨੇ ਸਬਰ ਪਾ ਦਿੱਤਾ ਹੈ। ਨਹੀਂ ਤੇ ਛੋਟੀ ਜੀ ਗੱਲ ਪਤਾ ਲੱਗਦੀ ਹੈ ਤੇ ਬੰਦੇ ਉਸੇ ਵੇਲੇ ਤੁਰ ਪੈਂਦੇ ਨੇ ਦੱਸਣ ਵੀ ਮੈਨੂੰ ਆਹ ਗੱਲ ਪਤਾ ਲੱਗ ਗਈ, ਮੈਨੂੰ ਆਹ ਗੱਲ ਪਤਾ ਲੱਗ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ, ਪਿਰਮ ਪਿਆਲਾ ਅਜਰ ਜਰੰਦੇ, ਪਾਰ ਬ੍ਰਹਮ ਪੂਰਨ ਬ੍ਰਹਮ, ਬ੍ਰਹਮ ਵਿਵੇਕੀ ਧਿਆਨ ਧਰੰਦੇ। ਤੇ ਕਰਦੇ ਕੀ ਨੇ ਗੁਰਸਿੱਖ? ਉਹਨਾਂ ਦਾ ਧਿਆਨ ਕਿਹੜੇ ਪਾਸੇ? ਧਿਆਨ ਦੀ ਕਥਾ ਤੇ ਲਗਭਗ ਪਿਛਲੇ ਦਿਨਾਂ ਤੋਂ ਕਾਫੀ ਵਾਰ ਆ ਰਹੀ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਿਪੂਰਨ ਹੈ, ਹਰ ਪਾਸੇ ਵਿਆਪਕ ਹੈ, ਉਸ ਮਾਲਕ ਦਾ ਬ੍ਰਹਮ ਵਿਵੇਕੀ ਧਿਆਨ ਧਰੰਦੇ, ਉਸ ਬ੍ਰਹਮ ਦਾ ਇਹ ਧਿਆਨ ਧਰਦੇ ਨੇ। ਇੱਕ ਸ਼ਬਦ ਇੱਥੇ ਆਇਆ ਹੈ ਜੀ ਵਿਵੇਕੀ। ਅੱਜ ਕੱਲ੍ਹ ਨਾ ਇਹ ਸ਼ਬਦ ਉਹਨਾਂ ਦੇ ਲਈ ਵਰਤਿਆ ਜਾਣ ਲੱਗ ਪਿਆ ਹੈ ਜੀ, ਇਹ ਕਿਸੇ ਦੇ ਭਾਂਡੇ ਨਹੀਂ ਵਰਤਦੇ, ਇਹ ਕਿਸੇ ਦੇ ਬਰਤਨ ਨਹੀਂ ਵਰਤਦੇ, ਇਹਨਾਂ ਦੇ ਬੈੱਡ ਨੂੰ ਕੋਈ ਹੱਥ ਨਹੀਂ ਲਾ ਸਕਦਾ, ਇਹਨਾਂ ਦੀਆਂ ਚੀਜ਼ਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ, ਤੇ ਉਹ ਵਿਵੇਕੀ ਹੋ ਗਏ ਨੇ ਸਾਡੇ ਵਿੱਚ। ਸਾਡੇ ਵਿੱਚ ਕੀ, ਪੂਰੀ ਦੁਨੀਆ ਦੇ ਵਿੱਚ ਹੀ। ਮਤਲਬ ਜਿਹੜੇ ਕਹਿੰਦੇ ਨੇ ਵੀ ਸਾਨੂੰ ਕੋਈ ਟੱਚ ਨਾ ਕਰੇ ਤੇ ਅਸੀਂ ਸ਼ਾਇਦ ਇਸ ਪਾਸੇ ਤੋਂ ਵਿਵੇਕੀ ਹੋ ਗਏ, ਉਹ ਹੱਥ ਵੀ ਨਹੀਂ ਲਾਉਣ ਦਿੰਦੇ ਕਿਸੇ ਨੂੰ ਚੀਜ਼ਾਂ ਦਾ। ਪਰ ਭਾਈ ਗੁਰਦਾਸ ਸਾਹਿਬ ਇਹਨੂੰ ਕਹਿੰਦੇ ਨੇ ਵਿਵੇਕੀ ਕੌਣ ਹੈ? ਕਹਿੰਦੇ ਵਿਵੇਕੀ ਉਹ ਹੈ ਜਿਹੜਾ ਰੱਬ ਦਾ ਧਿਆਨ ਕਰਦਾ ਹੈ। ਵਿਵੇਕ ਸ਼ਬਦ ਤੋਂ ਬਣਿਆ ਹੈ ਇਹ ਵਿਵੇਕ। ਵਿਵੇਕ ਦਾ ਮਤਲਬ ਹੁੰਦਾ ਹੈ ਸਮਝ। ਜਿਸ ਬੰਦੇ ਨੂੰ ਚੰਗੇ ਤੇ ਮਾੜੇ ਦੀ ਸਮਝ ਹੈ, ਜਿਸ ਬੰਦੇ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਵੀ ਕਿਸੇ ਬੰਦੇ ਨਾਲ ਨਫ਼ਰਤ ਨਹੀਂ ਕਰਨੀ ਹੁੰਦੀ, ਉਹ ਬੰਦਾ ਵਿਵੇਕੀ ਕਾਹਦਾ ਹੋਇਆ? ਨਫ਼ਰਤ ਨਹੀਂ ਕਰਨੀ ਕਿਸੇ ਦੇ ਨਾਲ। ਮੈਂ ਫਿਰ ਕਹਿ ਦੇਵਾਂ, ਬੜੇ ਬੜੇ ਹੋ ਸਕਦਾ ਤੁਹਾਡਾ ਵੀ ਕਿਤੇ ਵਾਹ ਪੈ ਜਾਵੇ ਇਹੋ ਜਿਹਿਆਂ ਦੇ ਨਾਲ। ਬਖਸ਼ ਲਵੇ ਸਤਿਗੁਰੂ, ਬ੍ਰਹਮ ਵਿਵੇਕੀ ਧਿਆਨ ਧਰਨ ਦੇ, ਉਹ ਜਿਹੜੇ ਨੇ ਨਾ ਵਿਵੇਕੀ ਨੇ। ਵਿਵੇਕੀ ਦਾ ਮਤਲਬ ਸਮਝ ਵਾਲੇ ਨੇ। ਮਾਲਕ ਨੇ ਉਹਨਾਂ ਦੇ ਅੰਦਰ ਸਮਝ ਪਾਈ ਹੋਈ ਹੈ, ਉਹਨਾਂ ਗੁਰਸਿੱਖਾਂ ਦੇ ਅੰਦਰ। ਸ਼ਬਦ ਸੁਰਤ ਲਿਵ ਲੀਨ ਹੋਏ, ਅਕਥ ਕਥਾ ਗੁਰ ਸ਼ਬਦ ਸੁਣਨ ਦੇ। ਜਦੋਂ ਸੰਗਤ ਦੇ ਵਿੱਚ ਆ ਕੇ ਬੈਠਦੇ ਨੇ ਜਾਂ ਕਿਤੇ ਵੀ ਬੈਠਦੇ ਨੇ, ਉਹਨਾਂ ਦੀ ਲਿਵ ਕਿੱਥੇ ਹੈ? ਲਿਵ ਦਾ ਮਤਲਬ ਧਿਆਨ ਕਿੱਥੇ ਹੈ ਉਹਨਾਂ ਦਾ? ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਸੁਰਤ ਲਿਵ ਲੀਨ ਹੋਏ, ਉਹਨਾਂ ਦੀ ਸੁਰਤ ਸ਼ਬਦ ਦੇ ਵਿੱਚ ਲੱਗੀ ਹੁੰਦੀ ਹੈ। ਮੈਂ ਫਿਰ ਬੇਨਤੀ ਕਰਕੇ ਤੇ ਅਗਲੀ ਗੱਲ ਕਰਾਂਗਾ। ਭਾਈ
ਤੁਸੀਂ ਤੇ ਰੋਜ਼ ਹਾਜ਼ਰੀਆਂ ਭਰਨ ਵਾਲੇ ਹੋ, ਭਾਵੇਂ ਤੁਸੀਂ 10 ਮਿੰਟ ਬੈਠਦੇ ਜੇ ਤੇ ਭਾਵੇਂ ਜਿੰਨਾ ਵੀ ਸਮਾਂ ਬੈਠਦੇ ਜੇ, ਨਮਸਕਾਰ ਹੈ ਤੁਹਾਡੇ ਚਰਨਾਂ ਦੇ ਉੱਤੇ, ਤੁਸੀਂ ਸਾਰੇ ਮੇਰੇ ਨਾਲੋਂ ਚੰਗੇ। ਪਰ ਮੈਂ ਇਹ ਕਹਿੰਦਾ ਹਾਂ, ਜਿੰਨਾ ਚਿਰ ਬੈਠਦੇ ਜੇ ਉਹਨਾਂ ਚਿਰ ਧਿਆਨ ਰੱਖਿਆ ਕਰੋ ਵੀ ਮੈਂ ਵਾਕਿਆ ਹੀ ਗੁਰਦੁਆਰੇ ਬੈਠਾ ਹਾਂ, ਮੈਂ ਵਾਕਿਆ ਹੀ ਇੱਥੇ ਬੈਠਾ ਹਾਂ। ਜੇ ਮੈਂ ਪਾਠ ਕਰਦਾ ਪਿਆ ਹਾਂ ਤੇ ਕੀ ਮੈਂ ਵਾਕਿਆ ਪਾਠ ਕਰਦਾ ਪਿਆ ਕਿ ਇਕੱਲਾ ਜ਼ੁਬਾਨ ਹੀ ਪਾਠ ਕਰੀ ਜਾਂਦੀ ਹੈ ਤੇ ਮਨ ਕਿਤੇ ਭੱਜ ਗਿਆ? ਫਿਰ ਤਾਂ ਮੈਂ ਪਤਾ ਵੀ ਸੁਰਤ ਨੂੰ ਫੜਨ ਦੀ ਕੋਸ਼ਿਸ਼ ਕਰਦਾ ਪਿਆ ਹਾਂ, ਪਾਠ ਚੱਲੀ ਜਾ ਰਿਹਾ ਹੈ ਆਪਣਾ, ਤੇ ਕੀ ਮੇਰਾ ਧਿਆਨ ਹੈ, ਸੁਰਤ ਮੇਰੀ ਇੱਥੇ ਹੈ? ਸ਼ਬਦ ਸੁਰਤ ਲਿਵਲੀਨ ਹੋਏ, ਅਕਥ ਕਥਾ ਗੁਰ ਸ਼ਬਦ ਸੁਣਨਦੇ। ਭਾਈ ਗੁਰੂ ਦੇ ਸ਼ਬਦ ਨੂੰ ਸੁਣਦੇ ਨੇ, ਬੜੇ ਧਿਆਨ ਦੇ ਨਾਲ ਸੁਣਦੇ ਨੇ। ਫਿਰ ਭੂਤ ਭਵਿੱਖੋਂ ਵਰਤਮਾਨ, ਅਭਿਗਤ ਗਤ ਅਲਖ ਲਖੰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਸ਼ਬਦ ਨੂੰ ਫੜ ਲੈਂਦੇ ਨੇ ਨਾ, ਮਤਲਬ ਸੁਰਤ ਪਕਾ ਲੈਂਦੇ ਨੇ, ਉਹਨਾਂ ਨੂੰ ਜਿਹੜਾ ਸਮਾਂ ਬੀਤ ਗਿਆ ਹੈ, ਜਿਹੜਾ ਸਮਾਂ ਚੱਲਦਾ ਪਿਆ ਹੈ ਤੇ ਜਿਹੜਾ ਸਮਾਂ ਆਉਣ ਵਾਲਾ ਹੈ, ਇਸ ਹਾਲਤ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਵੇਖੋ, ਦੋ ਸਮਿਆਂ ਦਾ ਤੇ ਸਾਨੂੰ ਵੀ ਪਤਾ ਹੈ। ਜੋ ਬੀਤ ਗਿਆ ਹੈ ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਨਾਲ ਕੀ ਵਾਪਰਿਆ, ਤੇ ਜੋ ਹੁਣ ਚੱਲਦਾ ਪਿਆ ਹੈ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਫਰਕ ਤੇ ਸਿਰਫ ਇੰਨਾ ਕੀ ਹੈ ਨਾ ਵੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਾ ਹੈ ਸਾਨੂੰ ਨਹੀਂ ਪਤਾ ਅਜੇ ਤੱਕ ਵੀ ਕੀ ਹੋ ਜਾਣਾ ਸਾਡੇ ਨਾਲ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਨੇ, ਸ਼ਬਦ ਕਮਾਉਂਦੇ ਨੇ, ਉਹਨਾਂ ਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰ ਜਾਣਾ, ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਹੈ। ਔਰ ਇਹ ਗੱਲ ਵੇਖਣ ਨੂੰ ਸਾਨੂੰ ਸ਼ਾਇਦ ਮਜ਼ਾਕ ਲੱਗੇਗੀ, ਤੇ ਮੈਂ ਬੇਨਤੀ ਕਰ ਦੇਵਾਂ, ਸਰਦਾਰ ਜਸਵੰਤ ਸਿੰਘ ਨਿੱਕੀ ਹੋਣਾ ਨੇ ਇੱਕ ਗੱਲ ਬੋਲੀ ਹੈ। ਉਹ ਕਹਿੰਦੇ ਕਿ ਮੈਂ ਲੁਧਿਆਣੇ ਕ੍ਰਿਸਚੀਅਨ ਕਾਲਜ ਦੇ ਵਿੱਚ ਨੌਕਰੀ ਕਰਦਾ ਹੁੰਦਾ ਸੀ ਤੇ ਮੇਰੇ ਘਰੋਂ ਚਿੱਠੀ ਆ ਗਈ, ਤੇ ਚਿੱਠੀ ਦੇ ਵਿੱਚ ਘਰਦਿਆਂ ਨੇ ਇਹ ਲਿਖਿਆ ਸੀ ਵੀ ਤੇਰੀ ਜਿਹੜੀ ਦਾਦੀ ਆ ਉਹ ਬਿਮਾਰ ਹੈ ਤੇ ਉਹ ਤੈਨੂੰ ਮਿਲਣਾ ਚਾਹੁੰਦੀ ਹੈ। ਤੇ ਵੀ ਸ਼ਾਮਾਂ ਦਾ ਸਮਾਂ ਹੋ ਗਿਆ ਤੇ ਮੈਂ ਸੋਚਿਆ ਵੀ ਜਾਣਾ ਵੀ ਜ਼ਰੂਰੀ ਹੈ, ਆਖਰੀ ਬੱਸ ਨਿਕਲਣ ਦਾ ਟਾਈਮ ਸੀ। ਤੇ ਮੈਂ ਕੀ ਕੀਤਾ ਕਿ ਮੈਂ ਉਦੋਂ ਐਪਲੀਕੇਸ਼ਨ ਦੇ ਨਹੀਂ ਸੀ ਸਕਦਾ ਕਿਉਂਕਿ ਆਫਿਸ ਬੰਦ ਹੋਣ ਵਾਲਾ ਸੀ, ਕਿਸੇ ਨੂੰ ਮਿਲਣਾ ਨਹੀਂ ਸੀ। ਮੈਂ ਕੀ ਕੀਤਾ, ਮੈਂ ਐਪਲੀਕੇਸ਼ਨ ਲਿਖੀ ਛੋਟੀ ਜਿਹੀ, ਤੇ ਜਿਹੜਾ ਉੱਥੇ ਬੰਦਾ ਸੀ ਉਹਨੂੰ ਕਹਿ ਦਿੱਤਾ ਵੀ ਆਫਿਸ ਦੇ ਦਰਵਾਜ਼ੇ ਦੇ ਥੱਲਿਓਂ ਦੀ ਲੰਘਾ ਦੀ, ਆਪੇ ਸਵੇਰੇ ਜਿਹੜਾ ਵੀ ਆਵੇਗਾ ਤੇ ਵੇਖ ਲਵੇਗਾ, ਪ੍ਰਿੰਸੀਪਲ ਵੇਖ ਲਵੇਗੀ। ਉਹ ਕਹਿੰਦੇ ਮੈਂ ਸਿਰਫ ਇੰਨਾ ਕੰਮ ਕੀਤਾ ਤੇ ਮੈਂ ਆਪਣੇ ਘਰ ਦੇ ਵਿੱਚ ਆ ਗਿਆ। ਦੂਜੇ ਤੀਜੇ ਦਿਨ ਜਦੋਂ ਮੈਂ ਵਾਪਸ ਮੁੜਿਆ ਤੇ ਮੈਨੂੰ ਆਫਿਸ ਦੇ ਵਿੱਚ ਉਹਨਾਂ ਨੇ ਬੁਲਾ ਲਿਆ, ਤੇ ਮੈਨੂੰ ਆਫਿਸ 'ਚ ਬੁਲਾ ਕੇ ਕਹਿੰਦੇ ਵੀ ਤੁਸੀਂ ਡਿਸਿਪਲਿਨ ਤੋੜਿਆ ਹੈ ਤੇ ਤੁਸੀਂ ਰਿਜ਼ਾਈਨ ਦੇ ਦਿਓ, ਤੁਸੀਂ ਨੌਕਰੀ ਨਹੀਂ ਕਰ ਸਕਦੇ ਇੱਥੇ। ਕਹਿੰਦੇ ਮੇਰੇ ਕੋਲ ਕੋਈ ਚਾਰਾ ਹੀ ਨਹੀਂ ਸੀ, ਮੈਂ ਨੌਕਰੀ ਛੱਡ ਦਿੱਤੀ। ਤੇ ਮੈਂ ਬਸ ਘੁੰਮਦਾ ਫਿਰਦਾ ਨਾ ਬਾਜ਼ਾਰ ਦੇ ਵਿੱਚ, ਨੌਕਰੀ ਛੁੱਟ ਗਈ ਕਿਉਂਕਿ ਲੁਧਿਆਣਾ ਵੱਡਾ ਸ਼ਹਿਰ ਨਹੀਂ ਸੀ ਉਦੋਂ, ਲਗਭਗ ਘੰਟੇ ਦੇ ਵਿੱਚ, 1.5 ਘੰਟੇ ਦੇ ਵਿੱਚ ਤੁਰ ਕੇ ਤੇ ਪਾਰ ਕਰ ਲਿਆ ਜਾਂਦਾ ਸੀ। ਨਹੀਂ, ਮੈਂ ਨੌਕਰੀ ਛੁੱਟ ਗਈ ਮੇਰੀ, ਮੈਂ ਤੁਰਦਾ ਫਿਰਦਾ ਕਦੀ ਉੱਧਰ ਕਦੀ ਉੱਧਰ। ਤੇ ਕਹਿੰਦੇ ਇੱਕ ਬਜ਼ੁਰਗ ਨਾ, ਲਗਭਗ 70-72 ਸਾਲ ਦੀ ਉਹਨਾਂ ਦੀ ਉਮਰ, ਤੇ ਕਹਿੰਦੇ ਇੱਕ ਬਜ਼ੁਰਗ, ਮੈਂ ਜਦੋਂ ਇੱਦਾਂ ਗਲੀਆਂ ਦੇ ਵਿੱਚ ਘੁੰਮਦਾ ਪਿਆ ਸੀ ਤੇ ਇੱਕ ਬਜ਼ੁਰਗ ਆਪਣੀ ਡਿਊਟੀ ਦੇ ਵਿੱਚ, ਘਰ ਦੀ ਡਿਊਟੀ ਦੇ ਵਿੱਚ ਬੈਠੇ, ਤੇ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਵੀ ਕਾਹਦੀ ਚਿੰਤਾ ਹੈ, ਤੇਰੀ ਨੌਕਰੀ ਚਲ ਗਈ ਹੈ? ਜਿਨ੍ਹਾਂ ਦੇ ਸੰਦੜਿਆਂ ਦੁਰਮਤ 52 ਕਿਤਾਬ ਹੈ ਤੇ ਵੀ ਤੇਰੀ ਨੌਕਰੀ ਚਲ ਗਈ ਹੈ। ਤੇ ਉਹ ਕਹਿੰਦੇ ਵੀ ਮੈਂ ਬੜਾ ਹੈਰਾਨ ਹੋਇਆ ਵੀ ਇਹਨੂੰ ਕਿੱਦਾਂ ਪਤਾ ਲੱਗ ਗਿਆ ਵੀ ਮੇਰੀ ਨੌਕਰੀ ਚਲ ਗਈ ਹੈ। ਤੋ ਕਹਿੰਦੇ ਮੈਨੂੰ ਆਂਦੇ ਫਿਕਰ ਨਾ ਕਰ, ਤੈਨੂੰ 3 ਨੌਕਰੀਆਂ ਮਿਲ ਜਾਣਗੀਆਂ, ਤੈਨੂੰ 3 ਆਫਰ ਆਉਣਗੀਆਂ। ਕਹਿੰਦੇ ਮੈਂ ਸੋਚਿਆ ਵੀ ਚਲੋ ਕੋਈ ਨਹੀਂ, ਤੇ ਮੈਂ ਅੱਗੇ ਨਹੀਂ ਗਿਆ, ਮੈਂ ਵਾਪਸ ਆਪਣੇ ਘਰ ਦੇ ਵਿੱਚ ਕਮਰੇ ਦੇ ਵਿੱਚ ਆ ਗਿਆ। ਤੇ ਅਜੇ ਸ਼ਾਮਾਂ ਪਈਆਂ ਤੇ ਮੈਨੂੰ 2 ਲੈਟਰਸ ਇੱਕੋ ਵਾਰੀ ਆ ਗਈਆਂ। ਪਹਿਲੀ ਇਹ ਸੀ ਵੀ ਬਟਾਲੇ ਕਿਸੇ ਨੇ ਕਾਰਖਾਨਾ ਖੋਲ੍ਹਿਆ ਸੀ, ਕਹਿੰਦੇ ਮੇਰੇ ਦੋਸਤ ਨੇ, ਤੇ ਉਹਨੇ ਕਿਹਾ ਵੀ ਅਸੀਂ ਡਿਸਪੈਂਸਰੀ ਖੋਲ੍ਹਣੀ ਹੈ, ਤੁਸੀਂ ਆ ਕੇ ਤੇ ਚਾਰਜ ਲੈ ਲਓ। ਦੂਜਾ ਕਹਿੰਦੇ ਮੈਨੂੰ ਇੱਕ ਹੋਰ ਆਫਰ ਆਈ ਸੀ ਵੀ ਸਰਕਾਰ ਦੇ ਵੱਲੋਂ, ਸਰਦਾਰ ਹੁਕਮ ਸਿੰਘ ਹੋਣਾ ਦੀ ਗੱਲ ਕਰਦੇ ਨੇ, ਵੀ ਉਹਨਾਂ ਦੇ ਵੱਲੋਂ ਇਹ ਆਇਆ ਸੀ ਵੀ ਅਸੀਂ ਇੱਕ ਵੀਕਲੀ ਸਪੋਕਸਮੈਨ ਕੱਢਣਾ ਹੈ ਤੇ ਤੁਸੀਂ ਆ ਕੇ ਤੇ ਇਹਦਾ ਐਡੀਟਰ ਬਣ ਜਾਓ। ਕਹਿੰਦੇ ਮੈਨੂੰ ਨਾ ਜਦੋਂ ਉਹ 2 ਗੱਲਾਂ ਪਤਾ ਲੱਗੀਆਂ ਨਾ ਵੀ 2 ਆਫਰ ਇੱਕੋ ਵਾਰੀ ਆ ਗਈਆਂ ਨੇ, ਤੇ ਮੈਂ ਸੋਚਿਆ ਵੀ ਜਿਹੜਾ ਬਾਪੂ ਬੋਲਦਾ ਪਿਆ ਸੀ ਵਾਕਿਆ ਗੱਲ ਤੇ ਸੱਚੀ ਕਰਦਾ ਪਿਆ ਸੀ। ਪਰ ਅਜੇ ਤੀਜੀ ਗੱਲ ਨਹੀਂ ਉਹਦੀ ਪੂਰੀ ਹੋਈ। ਉਹਨੇ ਕਿਹਾ ਸੀ ਵੀ ਤੈਨੂੰ 3 ਆਫਰ ਜਿਹੜੀਆਂ ਆਉਣਗੀਆਂ। ਤੇ ਕਹਿੰਦੇ ਰਾਤ ਪੈ ਗਈ, ਮੈਂ ਸੌਂ ਗਿਆ। ਸਵੇਰੇ ਉੱਠਿਆ ਹੀ ਅਜੇ ਮੈਂ, ਤੇ ਉਹ ਇੱਕ ਜਿਹੜਾ ਹੈਗਾ ਸੀ ਪੋਸਟਮੈਨ, ਉਹ ਆ ਗਿਆ ਕੋਲ, ਤੇ ਮੈਨੂੰ ਆ ਕੇ ਕਹਿੰਦਾ ਵੀ ਤੁਹਾਡੀ ਇੱਕ ਜਿਹੜੀ ਚਿੱਠੀ ਸੀ ਉਹ ਰਾਤ ਲੇਟ ਆਈ ਸੀ, ਤੇ ਮੈਂ ਰਾਤ ਇਸ ਕਰਕੇ ਨਹੀਂ ਤੁਹਾਡੇ ਕੋਲ ਪਹੁੰਚਿਆ ਵੀ ਹੁਣ ਤੁਹਾਨੂੰ ਕੀ ਡਿਸਟਰਬ ਕਰਨਾ ਹੈ, ਮੈਂ ਮਾफ़ੀ ਮੰਗਦਾ ਹਾਂ, ਚਿੱਠੀ ਤੁਹਾਡੀ ਰਾਤ ਦੀ ਆ ਗਈ ਸੀ। ਉਹ ਚਿੱਠੀ ਦੇ ਵਿੱਚ ਲਿਖਿਆ ਸੀ ਅੰਮ੍ਰਿਤਸਰ ਕਾਲਜ ਦੇ ਬਾਰੇ ਵੀ ਤੁਸੀਂ ਇੱਥੇ ਜਿਹੜਾ ਹੈ ਉਹ ਆਪਣਾ ਐਪਲੀਕੇਸ਼ਨ ਦਿੱਤੀ ਹੋਈ ਸੀ ਲੱਗਣ ਦੇ ਬਾਰੇ। ਉਦੋਂ ਸਾਡੇ ਕੋਲ ਐਪਲੀਕੇਸ਼ਨ ਲਈ ਜਿਹੜੀ ਆ ਉਹ ਥਾਂ ਖਾਲੀ ਨਹੀਂ ਸੀ ਨੌਕਰੀ ਦੇ ਲਈ, ਹੁਣ ਜਿਹੜੀ ਥਾਂ ਹੈ ਉਹ ਖਾਲੀ ਹੋ ਗਈ ਹੈ, ਤੁਸੀਂ ਆ ਕੇ ਤੇ ਨੌਕਰੀ ਕਰ ਸਕਦੇ ਜੇ। ਕਹਿੰਦੇ ਮੈਂ ਉਹ ਤੀਜੀ ਨੌਕਰੀ ਜੁਆਇਨ ਕਰ ਲਈ। ਮੈਂ ਲੁਧਿਆਣੇ ਦੇ ਵਿੱਚ, ਕਹਿੰਦੇ ਮੈਨੂੰ ਐਡਾ ਵੱਡਾ ਨਹੀਂ ਸੀ ਲੁਧਿਆਣਾ, ਆਰਾਮ ਦੇ ਨਾਲ ਘੁੰਮ ਲਿਆ ਜਾਂਦਾ ਸੀ।
ਤੇ ਮੈਂ ਘੁੰਮਦਾ ਰਿਹਾ, ਮੈਂ ਲੱਭਦਾ ਰਿਹਾ ਵੀ ਮੈਨੂੰ ਕਿਤੇ ਉਹ ਬਾਬਾ ਲੱਭ ਜਾਵੇ। ਨਾ ਤੇ ਮੈਨੂੰ ਉਹ ਡੇੜੀ ਲੱਭੀ ਬਾਅਦ ਦੇ ਵਿੱਚ, ਤੇ ਨਾ ਮੈਨੂੰ ਜਿਹੜਾ ਉਹ ਬਾਬਾ ਹੀ ਲੱਭਿਆ। ਕਿਉਂ? ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਿਹੜੇ ਧਿਆਨ ਦੇ ਵਿੱਚ ਤੁਰਦਾ ਉਹਦੇ ਅੱਗੇ ਪਹੁੰਚ ਗਿਆ ਸੀ। ਤੇ ਕਹਿੰਦੇ ਮੈਂ ਆਪਣੇ ਦੋਸਤਾਂ ਨੂੰ ਗੱਲ ਦੱਸੀ ਵੀ ਆਹ ਮੇਰੇ ਨਾਲ ਇੱਦਾਂ ਹੋਇਆ। ਤੇ ਕਹਿੰਦੇ ਦੋਸਤ ਮੇਰੇ ਕਹਿੰਦੇ ਸੀ ਉਹ ਤੇ ਰੱਬ ਹੀ ਸੀ, ਉਹ ਬੰਦਾ ਥੋੜ੍ਹਾ ਸੀ ਕੋਈ। ਇਹ ਕੀ ਭਾਵ ਹੈ? ਇਹਨੂੰ ਇਸ ਪਾਸੇ ਤੋਂ ਸੋਚਣ ਦੀ ਲੋੜ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਵੀ ਪਤਾ ਵੀ ਭਾਈ ਤੇਰੇ ਨਾਲ ਆਹ ਹੋ ਜਾਣਾ ਹੈ। ਉਹਨਾਂ ਨੂੰ ਆਪਣੇ ਬਾਰੇ ਵੀ ਪਤਾ ਹੈ, ਪਰ ਬਰਦਾਸ਼ਤ ਕਰਨ ਦੀ ਹੱਦ ਇੰਨੀ ਹੁੰਦੀ ਹੈ। ਉਹ ਬੰਦੇ ਜਿਹੜੇ ਨੇ ਨਾ, ਉਹ ਕਿਸੇ ਨਾਲ ਗੱਲ ਨਹੀਂ ਕਰਦੇ ਇੱਦਾਂ ਦੀ। ਜੋਤਸ਼ੀ ਵੀ ਤੇ ਇਹੋ ਕੁਝ ਹੀ ਕਰਦੇ ਨੇ ਵੀ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਕੀ ਹੋਣਾ, ਤੇ ਫਿਰ ਉਹਨਾਂ ਦੇ ਵਿੱਚ ਤੇ ਜੋਤਸ਼ੀਆਂ 'ਚ ਕੀ ਫਰਕ ਰਹਿ ਗਿਆ? ਨਹੀਂ, ਮਾਲਕ ਨੇ ਇੰਨਾ ਕੁਝ ਉਹਨਾਂ ਦੇ ਅੰਦਰ ਪਾਇਆ ਵੀ ਟਾਈਮਲੈਸ ਹੋ ਚੁੱਕੇ ਨੇ, ਆਉਣ ਵਾਲੇ ਸਮੇਂ ਦੀ ਵੀ ਸਮਝ ਹੈ। ਪਰ ਨਾਲ ਕੀ ਹੈ, ਉਸ ਬੰਦਿਆਂ ਨੇ, ਮਾਲਕ ਨੇ ਸਬਰ ਇੰਨਾ ਪਾਇਆ ਵੀ ਕਿਸੇ ਨਾਲ ਉਹਨਾਂ ਨੇ ਇਸ ਪਾਸੇ ਦੀ ਗੱਲ ਕਰਨੀ ਹੀ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਭੂਤ ਭਵਿੱਖੋਂ ਵਰਤਮਾਨ ਅਭਿਗਤ ਗਤ ਅਤ ਅਲੱਖ ਲਖੰਦੇ। ਪਤਾ ਉਹਨਾਂ ਨੂੰ ਸਾਰਾ ਕੁਝ ਹੀ ਹੁੰਦਾ, ਪਰ ਕਦੀ ਮਸ਼ਹੂਰੀ ਨਹੀਂ ਕਰਦੇ ਫਿਰਦੇ ਆਪਣੀ। ਸਾਰਾ ਕੁਝ ਹੀ ਪਤਾ ਹੁੰਦਾ ਉਹਨਾਂ ਨੂੰ। ਗੁਰਮੁਖ ਸੁਖ ਫਲ ਅਛਲ ਛਲ ਭਗਤ ਵਛਲ ਕਰ ਅਛਲ ਛਲੰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਮੁਖਾਂ ਦੇ ਕੋਲ ਕਿਹੜੀ ਗੱਲ ਦਾ ਸੁੱਖ ਹੁੰਦਾ ਹੈ? ਅਛਲ ਛਲ। ਇਹਨੂੰ ਹੁਣ ਬੜੇ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ। ਉਹਨਾਂ ਨੂੰ ਕੋਈ ਛਲ ਨਹੀਂ ਸਕਦਾ। ਛਲ ਦਾ ਮਤਲਬ ਕੀ ਹੁੰਦਾ? ਧੋਖਾ। ਜਿੱਦਾਂ ਤੁਸੀਂ ਪਹਿਲੀਆਂ ਲੜਾਈਆਂ ਕਿਤੇ ਵੇਖੀਆਂ ਹੋਵੇਗੀਆਂ, ਉਹਦੇ ਵਿੱਚ ਬੜੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਜੀ, ਉਹਨੂੰ ਛਲ ਲਿਆ, ਧੋਖਾ ਕਰ ਲਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਨੂੰ ਕੋਈ ਨਹੀਂ ਜੇ ਛਲ ਸਕਦਾ, ਉਹਨਾਂ ਨੂੰ ਕੋਈ ਨਹੀਂ ਜੇ ਧੋਖਾ ਦੇ ਸਕਦਾ। ਤੁਸੀਂ ਜਪਜੀ ਸਾਹਿਬ 'ਚ ਇਹਨੂੰ ਰੋਜ਼ ਪੜ੍ਹਦੇ ਜੇ, ਨਾ ਉਹ ਮਰੇ ਨਾ ਠੱਗੇ ਜਾਹੇ। ਮਰਦ ਕਹਿੰਦੇ ਕੋਈ ਨਹੀਂ ਜੇ ਠੱਗ ਸਕਦਾ ਉਹਨਾਂ ਨੂੰ। ਉਹ ਠੱਗੇ ਤੇ ਸਾਡੇ ਤੁਹਾਡੇ ਵਰਗੇ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਗੁਰਸਿੱਖ ਨੇ ਨਾ, ਗੁਰਮੁਖ ਸੁਖ ਫਲ ਅਛਲ ਛਲ। ਕੋਈ ਵੀ ਛਲ ਉਹਨਾਂ ਨੂੰ ਛਲ ਨਹੀਂ ਸਕਦਾ, ਕੋਈ ਵੀ ਜਾਣਾ ਧੋਖਾ ਨਹੀਂ ਦੇ ਸਕਦਾ। ਭਗਤ ਵਛਲ ਕਰ ਅਛਲ ਛਲੰਦੇ। ਪਰ ਉਹ ਇੱਦਾਂ ਦੇ ਨੇ, ਭਗਤੀ ਕਰਕੇ ਅਛਲ ਨੂੰ ਛਲ ਲੈਂਦੇ ਨੇ। ਅਛਲ ਕੀ ਹੈ? ਅਛਲ ਦਾ ਮਤਲਬ ਜਿਹੜਾ ਛਲਿਆ ਨਹੀਂ ਜਾ ਸਕਦਾ। ਉਹ ਆਪ ਅਛਲ ਨੇ। ਇਹ ਸ਼ਬਦ ਅਛਲ ਤੇ ਛਲ ਵਾਰ-ਵਾਰ ਆ ਰਿਹਾ ਹੈ। ਆਪ ਅਛਲ ਨੇ, ਉਹਨਾਂ ਨੂੰ ਕੋਈ ਨਹੀਂ ਠੱਗ ਸਕਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸਾਡੀ ਜਵਾਨੀ ਸਾਨੂੰ ਠੱਗ ਲੈਂਦੀ ਹੈ। ਬੰਦਾ ਜਵਾਨੀ ਦੇ ਮਾਣ ਦੇ ਵਿੱਚ ਤੁਰਿਆ ਫਿਰਦਾ। ਸਾਡੀ ਸੁੰਦਰਤਾ ਸਾਨੂੰ ਠੱਗ ਲੈਂਦੀ ਹੈ। ਸਾਡਾ ਪੈਸਾ ਸਾਨੂੰ ਠੱਗ ਲੈਂਦਾ ਹੈ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ। ਇਹ ਪੰਜ ਠੱਗ ਨੇ ਬੰਦੇ। ਇੰਨੀ ਠੱਗੀ ਜੱਗ ਠੱਗਿਆ ਕਿਨਾਂ ਨਾ ਰੱਖੀ ਲੱਜ। ਮਹਾਰਾਜ ਕਹਿੰਦੇ ਨੇ ਵੀ ਇਹਨਾਂ ਠੱਗਾਂ ਨੇ ਦੁਨੀਆ ਠੱਗ ਲਈ ਹੈ। ਜਾਂ ਤਾਂ ਦੁਨੀਆ ਪੈਸੇ ਦੇ ਪਿੱਛੇ ਹੈ, ਤੇ ਜਾਂ ਦੁਨੀਆ ਸ਼ਕਲਾਂ ਦੇ ਪਿੱਛੇ ਹੈ, ਤੇ ਜਾਂ ਦੁਨੀਆ ਖਾਣ ਪੀਣ ਦੇ ਪਿੱਛੇ ਹੈ, ਤੇ ਜਾਂ ਇਸ ਦੇ ਪਿੱਛੇ ਆ ਵੀ ਮੇਰੇ ਕੋਲ ਹੈ ਕਿੰਨਾ ਕੁ ਹੈ। ਸਤਿਗੁਰੂ ਕਹਿੰਦੇ ਇੰਨੀ ਠੱਗੀ ਜੱਗ ਠੱਗਿਆ। ਇਹਨਾਂ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ। ਪਰ ਕਹਿੰਦੇ ਇੱਦਾਂ ਦੇ ਵੀ ਹੈ ਨੇ ਜਿਹੜੇ ਇਹਨਾਂ ਪੰਜ ਠੱਗਾਂ ਨੂੰ ਵੀ ਠੱਗ ਲੈਂਦੇ ਨੇ। ਰੂਪ ਨੂੰ, ਜਾਤ ਨੂੰ, ਜੋਬਨ ਨੂੰ, ਸੁੰਦਰਤਾ ਨੂੰ, ਜਿਹੜੇ ਇਹਨਾਂ ਪੰਜਾਂ ਨੂੰ ਵੀ ਠੱਗ ਲੈਂਦੇ ਨੇ। ਇਹਨਾਂ ਠੱਗਨ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਮੁਖ ਸੁਖ ਫਲ। ਗੁਰਮੁਖਾਂ ਨੂੰ ਇਸ ਗੱਲ ਦਾ ਸੁੱਖ ਹੈ ਜਿਹੜੇ ਕੋਈ ਵੀ ਉਹਨਾਂ ਨੂੰ ਧੋਖਾ ਨਹੀਂ ਦੇ ਸਕਦਾ। ਪਰ ਨਾਲ ਕੀ ਕਹਿੰਦੇ ਨੇ, ਜਿਹੜੇ ਵਿਕਾਰ ਸਾਰਿਆਂ ਨੂੰ ਧੋਖਾ ਦੇ ਜਾਂਦੇ ਨੇ ਨਾ, ਗੁਰਮੁਖ ਉਹਨਾਂ ਵਿਕਾਰਾਂ ਨੂੰ ਜਿੱਤ ਲੈਂਦੇ ਨੇ। ਭਗਤ ਵਛਲ ਕਰ ਅਛਲ ਛਲੰਦੇ ਭਵਜਲ ਅੰਦਰ ਬੋਹਿਤ ਹੈ ਇਕਸ ਪਿੱਛੇ ਲੱਖ ਤਰੰਦੇ। ਕਹਿੰਦੇ ਤੇ ਇੰਨੀ ਕਿਰਪਾ ਵਾਲੇ ਹੁੰਦੇ ਨੇ ਵੀ ਜਿੱਦਾਂ ਸਮੁੰਦਰ ਦੇ ਵਿੱਚ ਇੱਕ ਜਹਾਜ਼ ਹੁੰਦਾ ਹੈ, ਤੇ ਉਸ ਜਹਾਜ਼ ਦੇ ਉੱਤੇ ਬੈਠ ਕੇ ਕਿੰਨੇ ਜਾਣੇ ਪਾਰ ਹੋ ਜਾਂਦੇ ਨੇ। ਇਹਨਾਂ ਬੰਦਿਆਂ ਦੀ ਬਰਕਤ ਦੇ ਨਾਲ ਲੱਖਾਂ ਹੀ ਬੰਦੇ ਸੰਸਾਰ ਦੇ ਵਿੱਚੋਂ ਪਾਰ ਹੋ ਜਾਂਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਹੋਰ ਕਿੰਨੇ ਨਾਲ ਛੁੱਟ ਗਏ। ਇਹ ਵੈਸੇ ਮੈਂ ਆਪ ਜੀ ਦੇ ਅੱਗੇ ਬੇਨਤੀ ਕਰ ਦੇਵਾਂ, ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਆਪਣੇ ਵੱਡਿਆਂ ਦਾ ਸਾਨੂੰ ਗੁਣ ਨਾ ਕਦੀ ਭੁਲਾਉਣਾ ਨਹੀਂ ਚਾਹੀਦਾ। ਜੇ ਅਸੀਂ ਇੱਥੇ ਬੈਠੇ ਹਾਂ ਨਾ, ਤੇ ਆਪਣੇ ਵੱਡਿਆਂ ਦੀ ਵਜ੍ਹਾ ਕਰਕੇ ਬੈਠੇ ਹਾਂ। ਸਾਡੇ ਵੱਡੇ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਘਰ ਦੇ ਨਾਲ ਜੁੜੇ ਸੀ, ਤੇ ਬਸ ਅਸੀਂ ਆ ਕੇ ਜੁੜਨ ਲੱਗ ਪਏ। ਜਿਨ੍ਹਾਂ ਦੇ ਨਹੀਂ ਸੀ ਵੱਡੇ ਜੁੜੇ, ਹੋ ਸਕਦਾ ਇੱਕ ਅੱਧਾ ਉਹਨਾਂ ਦੇ ਵਿੱਚੋਂ ਵੀ ਆਇਆ ਹੋਵੇ, ਕਿਉਂਕਿ ਦਾਅਵਾ ਨਹੀਂ ਕੀਤਾ ਜਾ ਸਕਦਾ ਨਾ ਇਸ ਗੱਲ ਦਾ। ਪਰ ਤੁਸੀਂ ਬਹੁਤਾਤ ਦੇ ਵਿੱਚ ਵੇਖੋਗੇ ਜਿਨ੍ਹਾਂ ਦੇ ਵੱਡੇ ਪਹਿਲਾਂ ਨਹੀਂ ਸੀ ਆਉਂਦੇ, ਉਹਨਾਂ ਦੇ ਗਾਂਹ ਵਾਲੇ ਵੀ ਨਹੀਂ ਸੀ ਆਉਂਦੇ। ਪਿੱਛੇ ਦੇ ਪਿੱਛੇ ਰਹਿ ਗਿਆ ਕੰਮ।
ਔਰ ਉਸ ਇੱਕ ਵੱਡੇ ਦੀ ਵਜ੍ਹਾ ਦੇ ਕਰਕੇ ਸਾਡੇ ਘਰ ਦਾ ਕੋਈ ਬਜ਼ੁਰਗ ਹੋਵੇ, ਘਰ ਦਾ ਕੋਈ ਸਿਆਣਾ ਹੋਵੇ, ਸਾਡੀ ਮਾਤਾ ਹੋਵੇ, ਸਾਡਾ ਪਿਤਾ ਹੋਵੇ, ਆ ਵੇਖੋ ਨਾ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਮੱਥਾ ਟੇਕਣ ਦੇ ਲਈ। ਕਿਉਂ ਲੈ ਕੇ ਆਉਂਦੇ ਨੇ? ਜਦੋਂ ਇਹ ਬੱਚੇ ਵੱਡੇ ਹੋਣਗੇ ਆਪਣੇ ਆਪ ਹੀ ਮੱਥਾ ਟੇਕਣਾ ਤੇ ਉਹਨਾਂ ਨੂੰ ਆਉਣਾ ਆ ਜਾਵੇਗਾ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਵੱਡੇ ਸਾਨੂੰ ਗੁਰਦੁਆਰੇ ਲੈ ਕੇ ਆਉਂਦੇ ਸੀ। ਤੁਸੀਂ ਰੋਜ਼ਾਨਾ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦਾ ਹਾਲ ਵੇਖ ਲਓ ਵੀ ਉਹ ਕਿੱਦਾਂ ਮੱਥਾ ਟੇਕਦੇ ਨੇ, ਤੇ ਜਿਹੜੇ ਸਾਲ ਦੇ ਵਿੱਚ ਇੱਕ ਅੱਧੀ ਵਾਰ ਆਉਂਦੇ ਨੇ ਉਹਨਾਂ ਦਾ ਹਾਲ ਵੇਖ ਲਓ ਵੀ ਉਹ ਕਿੱਦਾਂ ਮੱਥਾ ਟੇਕਦੇ ਨੇ। ਤੁਹਾਨੂੰ ਆਪਣੇ ਆਪ ਹੀ ਫਰਕ ਪਤਾ ਲੱਗ ਜਾਵੇਗਾ। ਇਹ ਕੀ ਹੁੰਦਾ? ਇੱਕ ਦੇ ਪਿੱਛੇ ਲੱਗ ਕੇ ਤਰ ਜਾਣਾ। ਕੱਲਾ ਪਰਿਵਾਰ ਦੇ ਵਿੱਚ ਇਦਾਂ ਦਾ ਜੀ ਆਇਆ, ਸਾਰਿਆਂ ਨੂੰ ਬੰਦਗੀ ਵਾਲੇ ਪਾਸੇ ਲਾ ਦਿੱਤਾ। ਇੱਕ ਜਣਾ ਘਰ ਦੇ ਵਿੱਚ ਨਿਤਨੇਮ ਕਰਨ ਵਾਲਾ, ਪਾਠ ਕਰਨ ਵਾਲਾ, ਉਹਦੇ ਪਿੱਛੇ ਲੱਗ ਕੇ ਸਾਰਿਆਂ ਦਾ ਹੀ ਭਲਾ ਹੋ ਗਿਆ। ਇਹ ਵੀ ਅਸੀਂ ਵਿਚਾਰਾਂਗੇ ਵੀ ਇੱਕ ਜਾਣੇ ਦੇ ਕਰਕੇ ਕਿੰਨਿਆਂ ਦੀ ਜਿਹੜੀ ਹੈ ਨਾ ਉਹ ਜ਼ਿੰਦਗੀ ਦੀ ਗਤੀ ਹੋ ਜਾਂਦੀ ਹੈ, ਕਿੰਨਿਆਂ ਦਾ ਭਲਾ ਹੋ ਜਾਂਦਾ ਹੈ ਇੱਕ ਦੇ ਕਰਕੇ। ਗੁਰਬਾਣੀ ਦਾ ਹਵਾਲਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿੱਦਾਂ ਸਮੁੰਦਰ ਦੇ ਵਿੱਚ ਇੱਕ ਜਹਾਜ਼ ਦੇ ਵਿੱਚ ਕਿੰਨੇ ਜਾਣੇ ਸਫ਼ਰ ਕਰ ਲੈਂਦੇ ਨੇ ਨਾ ਤੇ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ, ਇਦਾਂ ਇਹੋ ਜਿਹੇ ਗੁਰਸਿੱਖ ਇੱਕ ਗੁਰਸਿੱਖ ਦੇ ਪਿੱਛੇ ਲੱਗ ਕੇ ਤੇ ਪਤਾ ਨਹੀਂ ਕਿੰਨੀ ਜਿਹੜੀ ਸ੍ਰਿਸ਼ਟੀ ਹੈ ਨਾ ਉਹ ਪਾਰ ਹੋ ਜਾਂਦੀ ਹੈ ਇੱਕ ਦੇ ਪਿੱਛੇ ਲੱਗ ਕੇ। ਪਰ ਉਪਕਾਰੀ ਮਿਲਨ ਹਸਾਂਦੇ, ਤੇ ਕਹਿੰਦੇ ਇੱਕ ਤੇ ਪਰ ਉਪਕਾਰੀ ਨੇ। ਉਹ ਨਾ ਸੈਲਫਿਸ਼ ਨਹੀਂ ਨੇ, ਮਤਲਬੀ ਨਹੀਂ ਨੇ ਵੀ ਮੇਰਾ ਮਤਲਬ ਪੂਰਾ ਹੋ ਗਿਆ ਤੇ ਗੱਲ ਖਤਮ ਹੋ ਗਈ। ਮਿਲਨ ਹਸਾਂਦੇ ਪਰ ਉਪਕਾਰੀ ਵੀ ਨੇ, ਤੇ ਜਿਹਨੂੰ ਮਿਲਦੇ ਨੇ ਨਾ ਹੱਸ ਕੇ ਮਿਲਦੇ ਨੇ, ਜਿਹਨੂੰ ਮਿਲਦੇ ਨੇ ਨਾ ਖੁਸ਼ ਹੋ ਕੇ ਮਿਲਦੇ ਨੇ। ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਹੈ, ਉਹਨਾਂ ਦਾ ਹਾਸਾ ਤੇ ਉਹਨਾਂ ਦੀ ਖੁਸ਼ੀ ਆਰਟੀਫਿਸ਼ਲ ਨਹੀਂ ਹੈ, ਨਕਲੀ ਨਹੀਂ ਹੈ ਤੇ ਟੈਂਪਰੇਰੀ ਵੀ ਨਹੀਂ ਹੈ ਵੀ ਮੈਂ ਉਹ ਕੁਝ ਲਾ ਲਵਾਂ ਤੇ ਮੈਂ ਕਹਾਂ ਦੀ ਅੱਜ ਮੈਂ ਬੜਾ ਖੁਸ਼ ਹਾਂ। ਨਹੀਂ, ਇਦਾਂ ਦੀ ਗੱਲ ਨਹੀਂ। ਅੱਜ ਕੱਲ੍ਹ ਤੇ ਬੜਾ ਸੌਖਾ ਹੋ ਗਿਆ ਨਾ, ਉਹ ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇਮੋਜੀ ਕਿਹਾ ਜਾਂਦਾ ਵੀ ਉੱਦਾਂ ਭਾਵੇਂ ਬੰਦਾ ਰੋ ਹੀ ਰਿਹਾ ਹੋਵੇ ਤੇ ਹੱਸਦਾ ਭੇਜ ਦਿਓ ਵੀ ਮੈਂ ਬੜਾ ਖੁਸ਼ ਹਾਂ। ਵੀ ਪਤਾ ਕਿਹੜਾ ਕਿਸੇ ਨੇ ਵੇਖਣਾ ਵੀ ਮੂੰਹ ਥੋੜ੍ਹਾ ਵੇਚਦਾ ਪਿਆ ਕੋਈ। ਪ੍ਰੀਟੈਂਡਿੰਗ ਜਿਹੜੀ ਆ ਨਾ ਉਹ ਨਹੀਂ ਹੈ, ਬਹਾਨੇ ਨਹੀਂ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ, ਜੋ ਹੈ ਉਹ ਸਾਹਮਣੇ ਹੈ। ਮਿਲਨ ਹੱਸਣਦੇ, ਸਾਰਿਆਂ ਨੂੰ ਖੁਸ਼ ਹੋ ਕੇ ਹੱਸ ਕੇ ਮਿਲਦੇ ਨੇ। ਤੇ ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਕਿ ਭਾਈ ਸਾਹਿਬ ਉਹ ਦੱਸੋ ਵੀ ਇਹੋ ਜਿਹੇ ਗੁਰਸਿੱਖ ਕਿੱਥੇ ਰਹਿੰਦੇ ਨੇ? ਵੈਸੇ ਤੇ ਲੱਭਣੇ ਬੜੇ ਔਖੇ ਨੇ, ਤੇ ਉਦੋਂ ਤੇ ਮਹਾਰਾਜ ਦੀ ਗਿਣਤੀ ਬੜੀ ਕਿਰਪਾ ਸੀ ਇਹੋ ਜਿਹੇ ਗੁਰਸਿੱਖਾਂ ਦੀ, ਹੁਣ ਵੀ ਬੜੀ ਗਿਣਤੀ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਉਹ ਕਿਤੇ ਪਹਾੜਾਂ 'ਚ ਥੋੜ੍ਹਾ ਰਹਿੰਦੇ ਨੇ, ਇਹਨਾਂ ਸਾਡਿਆਂ ਘਰਾਂ 'ਚ ਹੀ ਰਹਿੰਦੇ ਨੇ, ਇੱਥੇ ਹੀ ਰਹਿੰਦੇ ਨੇ, ਸੰਗਤ ਦੇ ਵਿੱਚ ਹੀ ਰਹਿੰਦੇ ਨੇ। ਫਿਰ ਭਾਈ ਗੁਰਦਾਸ ਸਾਹਿਬ ਨੇ ਅਗਲੀ ਗੱਲ ਬੋਲੀ, ਕਹਿੰਦੇ ਵੇਖੋ ਬਹੁਤਿਆਂ ਨੂੰ ਇਹ ਖਿਆਲ ਹੋਵੇਗਾ ਵੀ ਇਹੋ ਜਿਹੀ ਜ਼ਿੰਦਗੀ ਤੇ ਤਾਂ ਬਣ ਸਕਦੀ ਆ ਜੇ ਘਰੋਂ ਬਾਹਰ ਕਿਤੇ ਜਾਵਾਂਗੇ ਤੇ ਫਿਰ ਸਾਰਿਆਂ ਨੂੰ ਖੁਸ਼ ਹੋ ਕੇ ਮਿਲ ਸਕਦੇ ਹਾਂ। ਇੱਦਾਂ ਹੀ ਹੁੰਦਾ ਨਾ ਜੀ ਵੀ ਬੰਦਾ ਆਪਣੇ ਰਿਸ਼ਤੇਦਾਰਾਂ ਨਾਲ ਨਾਰਾਜ਼ ਆ ਤੇ ਬਾਹਰਦਿਆਂ ਨਾਲ ਹੱਸ ਕੇ ਮਿਲੀ ਜਾਂਦਾ, ਘਰਦਿਆਂ ਨਾਲ ਬਣਦੀ ਨਹੀਂ ਆ ਤੇ ਬਾਹਰ ਸਾਰਿਆਂ ਨੂੰ ਗਲੇ ਮਿਲੀ ਜਾਂਦਾ। ਉਹ ਫਿਰ ਸੋਚਦਾ ਵੀ ਨਹੀਂ ਬਾਹਰ ਦੇ ਚੰਗੇ ਨੇ, ਘਰ ਦੇ ਮਾੜੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਦੀ ਖੇਡ ਥੋੜ੍ਹਾ, ਜੇ ਮਿਲਣਾ ਤੇ ਫਿਰ ਸਾਰਿਆਂ ਨੂੰ ਖੁਸ਼ ਹੋ ਕੇ ਮਿਲੋ। ਉਹ ਕਹਿੰਦੇ ਵੇਖੋ 52 ਚੰਦਨ ਆਖੀਏ ਬਾਹਲੇ ਬਿਸੀਅਰ ਤਿਸ ਲਪਟਾਹੀ। ਜਿਹੜਾ ਚੰਦਨ ਦਾ ਦਰਖਤ ਹੁੰਦਾ ਹੈ, ਮੰਨਿਆ ਜਾਂਦਾ ਵੀ ਸੱਪ ਇਹਨੂੰ ਲਿਪਟਦੇ ਨੇ ਆ ਕੇ। ਲਿਪਟਦੇ ਇਸ ਕਰਕੇ ਨੇ ਕਿਉਂਕਿ ਉਹ ਆਪਣਾ ਜਿਹੜਾ ਜ਼ਹਿਰ ਹੈ ਨਾ ਉਹਨੂੰ ਸ਼ਾਂਤ ਕਰਨਾ ਚਾਹੁੰਦੇ ਨੇ। 52 ਚੰਦਨ ਆਖੀਏ, ਬੜਾ ਕਮਾਲ ਦਾ ਹੈ ਚੰਦਨ ਦਾ ਦਰਖਤ। ਬਾਹਲੇ ਬਿਸੀਅਰ, ਬੜੇ ਸੱਪ ਜਿਹੜੇ ਨੇ ਤਿਸ ਲਪਟਾਹੀ, ਇਹਨੂੰ ਲਿਪਟੇ ਰਹਿੰਦੇ ਨੇ। ਤੇ ਕੀ ਚੰਦਨ ਵੀ ਜ਼ਹਿਰੀਲਾ ਹੋ ਜਾਂਦਾ ਹੈ? ਚੰਦਨ ਤੇ ਨਹੀਂ ਹੁੰਦਾ। ਸੱਪ ਇੰਨਾ ਜ਼ਹਿਰੀਲਾ ਹੈ, ਚੰਦਨ ਨਹੀਂ ਜ਼ਹਿਰੀਲਾ ਹੋਇਆ। ਫਿਰ ਅਗਲੀ ਗੱਲ, ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਜਾਹੀ। ਜਿਹੜਾ ਪਾਰਸ ਹੈ ਜਿਹਨੂੰ ਮਿਲ ਕੇ 8 ਧਾਤਾਂ ਸੋਨੇ ਦੀਆਂ ਬਣ ਜਾਂਦੀਆਂ ਨੇ, ਉਹ ਲੱਭਦਾ ਤੇ ਪੱਥਰਾਂ ਦੇ ਵਿੱਚੋਂ ਹੀ ਆ ਨਾ, ਹੈ ਤਾਂ ਪਾਰਸ ਵੀ ਇੱਕ ਪੱਥਰ ਹੀ ਹੈ। ਪਰ ਕਹਿੰਦੇ ਕਦੀ ਇੱਦਾਂ ਹੋਇਆ ਹੋਵੇ ਵੀ ਜਿਹੜਾ ਪਾਰਸ ਸੀ ਉਹ ਵੀ ਬਾਕੀ ਪੱਥਰਾਂ ਦੇ ਵਿੱਚ ਮਿਲ ਕੇ ਪੱਥਰ ਹੋ ਗਿਆ? ਨਹੀਂ ਹੋਇਆ, ਪਾਰਸ ਪਾਰਸ ਹੀ ਰਿਹਾ। ਹੁਣ ਗੁਰਸਿੱਖ ਸਮਾਜ ਦੇ ਵਿੱਚ ਰਹਿੰਦਾ ਹੋਵੇ ਤੇ ਇਹ ਥੋੜ੍ਹਾ ਵੀ ਬਾਕੀਆਂ ਦੇ ਵਿੱਚ ਮਿਲ ਕੇ ਤਾਂ ਬਾਕੀਆਂ ਵਰਗਾ ਹੀ ਹੋ ਗਿਆ। ਆਪਣੀ ਲਾਈਨ ਵੀ ਤੇ ਡਰਾ ਕਰੀਏ ਨਾ, ਸਾਨੂੰ ਪਤਾ ਵੀ ਤਾਂ ਹੋਵੇ ਵੀ ਅਸੀਂ ਬਾਕੀਆਂ ਦੇ ਨਾਲੋਂ ਕਿਹੜੀ ਗੱਲ ਤੋਂ ਵੱਖ ਹਾਂ। ਸਿਰਫ ਮੱਥਾ ਟੇਕਣ ਤੋਂ ਤੇ ਸਿਰਫ 4-5 ਗੱਲਾਂ ਤੋਂ ਥੋੜ੍ਹਾ ਵੱਖ ਹੋਣੇ ਚਾਹੀਦੇ ਹਾਂ ਅਸੀਂ। ਸਾਡੀ ਜ਼ਿੰਦਗੀ ਦੇ ਵਿੱਚੋਂ ਵਾਕਿਆ ਐਵੇਂ ਸਿਰਫ ਨਾਮ ਦੀ ਪ੍ਰਸੰਨਤਾ ਨਹੀਂ ਨਾ ਹੋਣੀ ਚਾਹੀਦੀ। ਜੇ ਮਹਾਰਾਜ ਕਿਹਾ ਵੀ ਸਾਰੇ ਜਾਣੇ ਖੁਸ਼ ਰਹਿੰਦੇ ਨੇ ਤੇ ਅਸੀਂ ਦਿਲ ਤੋਂ ਖੁਸ਼ ਵੀ ਤੇ ਹੋਈਏ। ਉਹਨੂੰ ਫਿਰ ਕੀ ਕਿਹਾ ਹੈ? ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਜਾਈ। ਭਾਈ ਜਿਹੜੇ ਪਾਰਸ ਨੇ ਉਹ ਪੱਥਰਾਂ ਦੇ ਵਿੱਚ ਹੀ ਮਿਲਦੇ ਨੇ, ਪਰ ਕਦੀ ਜਿਹੜੇ ਪਾਰਸ ਨੇ ਨਾ ਉਹ ਪੱਥਰਾਂ ਵਰਗੇ ਨਹੀਂ ਹੁੰਦੇ। ਮਣੀ ਜਿੰਨਾ ਸੱਪਾਂ ਸਿਰੀ ਉਹ ਵੀ ਸੱਪਾਂ ਵਿੱਚ ਫਿਰਾਹੀ। ਕਹਿੰਦੇ ਜਿਹੜੇ ਮਣੀ ਵਾਲੇ ਸੱਪ ਹੁੰਦੇ ਨੇ, ਤੁਸੀਂ ਕਿਤੇ ਬੜੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਉਹਨਾਂ ਦੀਆਂ, ਹੁੰਦੇ ਤੇ ਉਹ ਵੀ ਬਾਕੀ ਸੱਪਾਂ ਦੇ ਵਿੱਚ ਹੀ ਨੇ, ਕਿਉਂਕਿ ਤੇ ਮਤਲਬ ਉਹਨਾਂ ਦੇ ਸਪੈਸ਼ਲ ਥਾਂ ਬਣੇ ਨੇ। ਰਹਿੰਦੇ ਉਹ ਵੀ ਬਾਕੀ ਸੱਪਾਂ ਦੇ ਵਿੱਚ ਹੀ ਨੇ, ਪਰ ਉਹ ਬਾਕੀ ਸੱਪਾਂ ਵਰਗੇ ਨਹੀਂ ਹੁੰਦੇ। ਫਿਰ ਅਗਲੀ ਉਦਾਹਰਣ,
ਲਹਿਰੀ ਅੰਦਰ ਹੰਸਲੇ, ਮਾਣਕ ਮੋਤੀ ਚੁਣ ਚੁਣ ਖਾਹੀ। ਉਹਨਾਂ ਹੀ ਲਹਿਰਾਂ ਦੇ ਵਿੱਚੋਂ ਵੇਖੋ ਜਿਹੜੇ ਡੱਡੂ ਹੁੰਦੇ ਨੇ ਜਾਂ ਬਗਲੇ ਹੁੰਦੇ ਨੇ, ਉਹ ਕੀ ਖਾਂਦੇ ਫਿਰਦੇ ਨੇ। ਬਗਲਾ ਉੱਥੋਂ ਡੱਡੀਆਂ ਲੱਭਦਾ ਫਿਰਦਾ, ਤੇ ਪਰ ਕੀ ਹੈ, ਜਿਹੜੇ ਹੰਸ ਨੇ ਉਹ ਮੋਤੀ ਚੁਗਦੇ ਫਿਰਦੇ ਨੇ। ਲਹਿਰੀ ਅੰਦਰ, ਪਾਣੀ ਦੀਆਂ ਲਹਿਰਾਂ ਦੇ ਵਿੱਚੋਂ ਹੰਸ ਜਿਹੜੇ ਨੇ ਉਹ ਮੋਤੀ ਖਾਂਦੇ ਨੇ, ਉਹ ਬਾਕੀ ਚੀਜ਼ਾਂ ਨਹੀਂ ਖਾਂਦੇ। ਬਾਬਾ ਫਰੀਦ ਕਹਿੰਦੇ, ਹੰਸ ਉੱਡਰ ਕੋਧਰ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਕਹਿੰਦੇ ਇਦਾਂ ਹੋਇਆ ਵੀ ਜਿਹੜਾ ਹੰਸ ਸੀ ਨਾ, ਉਹ ਕਿਸੇ ਕੋਧਰੇ ਦੇ ਖੇਤ ਦੇ ਵਿੱਚ ਜਾ ਕੇ ਤੇ ਬੈਠ ਗਿਆ, ਸਮਝਣ ਦੀ ਖਾਤਰ ਸੀ। ਤਾਂ ਕਹਿੰਦੇ ਲੋਕੀ ਡਾਉਣ ਚੱਲ ਪਏ ਵੀ ਤੂੰ ਕਿੱਧਰ ਬਹਿ ਗਿਆ। ਤਾਂ ਕਹਿੰਦੇ ਲੋਕਾਂ ਨੂੰ ਕੀ ਪਤਾ ਭਾਈ, ਇਹ ਤੇ ਖਾਂਦਾ ਹੀ ਨਹੀਂ ਹੈ, ਇਹਨੇ ਉੱਠ ਪੈਣਾ, ਇੱਥੋਂ ਇਹਦੀ ਖਾਣ ਦੀ ਇਹ ਚੀਜ਼ ਹੈ ਹੀ ਨਹੀਂ ਹੈ। ਹੁਣ ਇਹਦੇ ਅਰਥ ਭਾਵ ਕੀ ਨੇ ਵੀ ਪਹਿਲੀ ਗੱਲ ਤੇ ਜੇ ਕਿਤੇ ਗਲਤ ਥਾਂ ਦੇ ਉੱਤੇ ਜਾ ਕੇ ਬੈਠ ਗਏ, ਪਹਿਲੀ ਗੱਲ ਤੇ ਸਾਡਾ ਬੈਠਣ ਨੂੰ ਹੀ ਉੱਥੇ ਦਿਲ ਨਹੀਂ ਕਰਦਾ। ਤੁਸੀਂ ਵੇਖ ਲਓ ਜਿਹੜੇ ਥਾਵਾਂ ਦੇ ਉੱਤੇ ਬੰਦੇ ਸਾਰਾ ਦਿਨ ਲਾ ਦਿੰਦੇ ਨਾ, ਕਈ ਬੰਦਿਆਂ ਦਾ 5 ਮਿੰਟ ਉੱਥੇ ਬੈਠਣ ਨੂੰ ਜੀ ਨਹੀਂ ਕਰਦਾ। ਮਾਲਕ ਕਿਰਪਾ ਕਰੇ ਸਾਡੇ ਘਰਾਂ ਤੋਂ ਇਹ ਚੀਜ਼ ਦੂਰ ਕਰ ਦੇਵੇ, ਤੇ ਦੂਰ ਹੈਗੀ ਹੈ ਅਜੇ ਤੇ ਰਵੇ ਵੀ ਦੂਰ, ਜਿਨ੍ਹਾਂ ਨੂੰ ਸਿਗਰਟ ਵਰਗਾ ਨਸ਼ਾ ਕਰਨ ਦੀ ਆਦਤ ਪੈ ਜਾਂਦੀ ਹੈ। ਵੇਖੋ ਉਹਨਾਂ ਨੂੰ ਕੁਝ ਨਹੀਂ ਜੇ ਬੁਰਾ ਲੱਗਦਾ, ਤੇ ਜਿਹਨੇ ਕਦੀ ਨਹੀਂ ਪੀਤੀ ਹੁੰਦੀ ਉਹਦੇ ਲਾਗੇ ਸਿਗਰਟ ਵਾਲਾ ਨਿਕਲ ਵੀ ਜਾਵੇ ਤੇ ਉਹਨੂੰ ਨਫ਼ਰਤ ਹੋ ਜਾਂਦੀ ਹੈ ਵੀ ਔਖਾ ਹੈ ਕੰਮ, ਉਹ ਨਹੀਂ ਬਰਦਾਸ਼ਤ ਕਰ ਸਕਦਾ। ਕਿਉਂਕਿ ਆਦਤ ਹੀ ਨਹੀਂ ਪਈ। ਇਹ ਥੋੜਾ ਵੀ ਬਾਕੀਆਂ ਦੇ ਵਿੱਚ ਗਏ ਤੇ ਬਾਕੀਆਂ ਵਰਗੇ ਹੋ ਗਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਉਂ ਜਲ ਕਵਲ ਅਲਿਪਤ ਹੈ, ਘਰ ਬਾਰੀ ਗੁਰਸਿੱਖ ਤਿਵਾਹੀ। ਜਿੱਦਾਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ ਨਾ, ਇਦਾਂ ਘਰ ਬਾਰੀ ਸਿੱਖ ਨੇ। ਅਸੀਂ ਸਾਰੇ ਘਰ ਬਾਰੀਆਂ, ਘਰਾਂ ਬਾਰਾਂ ਵਾਲੇ ਆ ਨਾ, ਇਸ ਕਰਕੇ ਘਰ ਬਾਰੀ ਸਿੱਖ ਹਾਂ। ਪਰ ਇਹ ਨਹੀਂ ਵੀ ਜਿੱਦਾਂ ਦੇ ਬਾਕੀ ਨੇ ਉਦਾਂ ਦੇ ਅਸੀਂ ਹੋ ਗਏ। ਜੇ ਬਾਕੀ ਠੱਗੀ ਮਾਰਦੇ ਅਸੀਂ ਵੀ ਠੱਗੀ ਮਾਰ ਲਈ, ਤੇ ਫਿਰ ਕਾਹਦੇ ਗੁਰਸਿੱਖ ਹੋਏ। ਬਾਕੀ ਧੋਖੇ ਕਰਦੇ ਅਸੀਂ ਵੀ ਧੋਖੇ ਕਰ ਲਏ, ਤੇ ਕਾਹਦੇ ਗੁਰਸਿੱਖ ਹੋਏ। ਵੀ ਸਿਰਫ ਮੱਥਾ ਟੇਕਣ ਵਾਲੇ ਗੁਰਸਿੱਖ ਹਾਂ? ਨਹੀਂ। ਕਹਿੰਦੇ ਜਿੱਦਾਂ ਕਮਲ ਨਿਰਲੇਪ ਰਹਿੰਦਾ ਹੈ ਨਾ, ਬਾਕੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਲਾਈਨ ਡਰਾ ਕਰਕੇ ਚੱਲਣਾ ਹੁੰਦਾ ਵੀ ਭਾਈ ਠੀਕ ਹੈ, ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ, ਪਰ ਮੇਰਾ ਕੁਝ ਤੇ ਜੀਵਨ ਤੁਹਾਡੇ ਨਾਲੋਂ ਵੱਖਰਾ ਹੈ। ਉਹ ਮੇਰਾ ਕੁਝ ਤੇ ਤੁਹਾਡੇ ਨਾਲੋਂ ਫਰਕ ਹੈ। ਜੇ ਸਾਰੇ ਇੱਕੋ ਜਿਹੇ ਹੋ ਗਏ ਤਾਂ ਫਿਰ ਕੀ ਫਰਕ ਪੈ ਗਿਆ? ਫਿਰ ਤੁਹਾਡੇ ਤੇ ਮੇਰੇ ਵਿੱਚ ਫਰਕ ਹੀ ਕੀ ਹੈ? ਮੈਂ ਇਹ ਨਹੀਂ ਕਹਿੰਦਾ ਵੀ ਇਹ ਜਿਹੜਾ ਫਰਕ ਹੈ ਇਹ ਕਿਸੇ ਜਨਮ ਕਰਕੇ ਹੈ, ਇਹ ਕੁਆਲਿਟੀ ਕਰਕੇ ਹੈ। ਜਿਸ ਦੇ ਅੰਦਰ ਮਾਲਕ ਨੇ ਗੁਣ ਪਾਏ ਨੇ, ਉਹ ਆਪਣੇ ਆਪ ਹੀ ਬਾਕੀਆਂ ਨਾਲੋਂ ਵੱਖਰਾ ਹੋ ਜਾਵੇਗਾ। ਜੋ ਜਲ ਕਵਲ ਅਲਿਪਤ ਹੈ, ਘਰ ਬਾਰੀ ਗੁਰਸਿੱਖ ਤਿਵਾਹੀ। ਆਸਾ ਵਿੱਚ ਨਿਰਾਸ਼ ਹੋਏ, ਜੀਵਨ ਮੁਕਤ ਜੁਗਤ ਜੀਵਾਈ। ਪਹਿਲੀ ਗੱਲ ਤੇ ਕਹਿੰਦੇ ਨੇ ਉਹ ਇਦਾਂ ਜੀਂਦੇ ਨੇ ਆਸਾ ਤੋਂ ਉੱਤੇ ਹੋ ਕੇ। ਜੋ ਰੱਬ ਨੇ ਕਰ ਦਿੱਤਾ ਹੈ ਉਹਦੇ ਵਿੱਚ ਪ੍ਰਸੰਨ ਨੇ। ਆਸਾ ਦੇ ਵਿੱਚ ਨਾਰਾਜ਼ ਹੋਣ ਦਾ ਮਤਲਬ ਅਸੀਂ ਪਹਿਲਾਂ ਵੀ ਚੈਪਟਰ ਇੱਕ ਵਾਰ ਕਲੀਅਰ ਕੀਤਾ ਹੈ, ਉਹ ਇਹੀ ਹੈ ਭਾਈ, ਉਹਨਾਂ ਨੇ ਜ਼ਿੰਦਗੀ ਦੀਆਂ ਈਡੀਆਂ ਲੰਮੀਆਂ ਆਸਾਂ ਨਹੀਂ ਲਾਈਆਂ ਵੀ ਆਸ ਨਹੀਂ ਪੂਰੀ ਹੋਈ ਤੇ ਬਾਅਦ ਦੇ ਵਿੱਚ ਦੁਖੀ ਹੋ ਗਏ ਵੀ ਹਾਏ ਆਹ ਤੇ ਰੱਬ ਨੇ ਸੁਣੀ ਨਹੀਂ, ਆਹ ਤੇ ਰੱਬ ਨੇ ਮੇਰੀ ਮੰਨੀ ਨਹੀਂ। ਆਸਾ 'ਚ ਨਿਰਾਸ਼ ਹੋ ਗਏ। ਜੀਵਨ ਮੁਕਤ ਜੁਗਤ ਜੀਵਾਹੀ। ਉਹ ਜਿਉਂਦਿਆਂ ਜੀ ਮੁਕਤ ਨੇ, ਜਿਉਂਦਿਆਂ ਜੀ ਪਾਰ ਨੇ। ਇਦਾਂ ਦੀ ਜ਼ਿੰਦਗੀ ਜੀਣੀ ਹੈ। ਸਾਧ ਸੰਗਤ ਕਿਤ ਮੁਖ ਸਾਲਾਹੀ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਸੰਗਤ ਜਿਹੜੀ ਹੈ ਉਹਨੂੰ ਕਿੱਦਾਂ ਸਲਾਇਆ ਜਾਵੇ, ਮਤਲਬ ਕਿਹੜੇ ਮੂੰਹ ਨਾਲ ਸਲਾਈਏ ਉਹਦੀ ਗੱਲ। ਇਸ ਸੰਗਤ ਦੇ ਵਿੱਚ ਬੈਠ ਕੇ ਸਾਨੂੰ ਉਹ ਜ਼ਿੰਦਗੀ ਜੀਣੀ ਆਉਂਦੀ ਹੈ ਜਿਹੜੀ ਗੁਰਸਿੱਖਾਂ ਦੀ ਜ਼ਿੰਦਗੀ ਹੈ, ਜਿਹਨੂੰ ਅਸੀਂ ਪੜ੍ਹਿਆ ਹੈ ਭਾਈ। ਰਹਿਣਾ ਅਸੀਂ ਸੰਗਤ ਦੇ ਵਿੱਚ ਹੀ ਹੈ, ਸੁਸਾਇਟੀ ਦੇ ਵਿੱਚ ਹੀ ਹੈ। ਸੁਸਾਇਟੀ ਨੂੰ ਛੱਡ ਕੇ ਨਹੀਂ ਜਾਣਾ, ਪਰ ਇੱਕ ਲਾਈਨ ਡਰਾ ਕਰਕੇ ਚੱਲੀਏ ਵੀ ਮੇਰਾ ਬਾਕੀਆਂ ਦੇ ਨਾਲੋਂ ਆਹ ਫਰਕ ਹੈ। ਜਿੱਥੇ ਬਾਕੀ ਡਿੱਗ ਪਏ ਉੱਥੇ ਅਸੀਂ ਵੀ ਡਿੱਗ ਪਏ, ਤੇ ਕੀ ਫਰਕ ਹੈ ਸਾਡਾ ਤੇ ਬਾਕੀਆਂ ਦਾ? ਰਹਿਣਾ ਉੱਥੇ ਹੈ ਪਰ ਉਹਨਾਂ ਦੇ ਨਾਲੋਂ ਵੱਖਰਾ ਹੋ ਕੇ, ਗੁਨਾਹ ਕਰਕੇ ਵੱਖਰੇ ਹੋ ਕੇ। ਤੇ ਦੂਜਾ ਪਾਸਾ ਫਿਰ ਇਹ ਹੈ ਭਾਈ, ਆਪਣੇ ਅੰਦਰ ਦੀ ਜਿਹੜੀ ਹਾਲਤ ਹੈ ਨਾ, ਉਹੀ ਸਾਡੇ ਚਿਹਰੇ ਦੇ ਉੱਤੇ ਆਉਂਦੀ ਹੈ। ਅੰਦਰ ਪ੍ਰਸੰਨਤਾ ਲੱਭਣ ਦੀ ਕੋਸ਼ਿਸ਼ ਕਰੀਏ, ਅੰਦਰ ਚਾਹ ਲੱਭਣ ਦੀ ਕੋਸ਼ਿਸ਼ ਕਰੀਏ, ਫਿਰ ਇਹ ਬਾਹਰ ਦੀਆਂ ਸਾਡੀਆਂ ਗੱਲਾਂ ਨੇ ਨਾ, ਇਹ ਸੋਹਣੀਆਂ ਲੱਗਣਗੀਆਂ, ਉਹੀ ਸਾਡੇ ਚਿਹਰੇ ਦੇ ਉੱਤੇ ਆਵੇਗਾ। ਬਖਸ਼ ਲਵੇ ਸਤਿਗੁਰੂ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।